ਸਤਨਾਮ ਵਾਹਿਗੁਰੂ ਸਾਹਿਬ ਜੀ। ਮੈਂ ਨਾਹੀ ਕਛ ਹਉ ਨਾਹੀ, ਕਛ ਆਹੇ ਨਾ ਮੋਰਾ। ਅਵਸਰ ਲੱਜਾ ਰਾਖ ਲਿਹੋ, ਸਦਨਾ ਜਨ ਤੋਰਾ। ਕਬੀਰ ਚਰਨ ਕਮਲ ਕੇ ਮੌਜ ਕੋ, ਕਹਿ ਕੈਸੇ ਉਨਮਾਨ। ਕਹਿਬੇ ਕਉ ਸੋਭਾ ਨਹੀਂ, ਦੇਖਾ ਹੀ ਪਰਵਾਨ। ਕਬੀਰ ਦੇਖ ਕੈ ਕਹਿ ਕਹੋ, ਕਹੇ ਨ ਕੋ ਪਤਿਆਏ। ਹਰ ਜੈਸਾ ਤੈਸਾ ਉਹੀ, ਰਹੋ ਹਰਖ ਗੁਣ ਗਾਏ। ਕਬੀਰ ਏਕ ਕਰੀ ਆਦਿ ਕਰੀ, ਆਦਿ ਹੂੰ ਤੇ ਆਧ। ਭਗਤਨ ਸੇਤੀ ਗੋਸਤੇ, ਜੋ ਕੀਨੇ ਸੋ ਲਾਭ। ਬੇਸੁਮਾਰ ਅਥਾਹ ਅਗਨਤ ਤੋਲੇ, ਜੋ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਿਜੁਗ ਤੈ ਮਾਣਿਓ, ਛਲਿਓ ਬਲ ਬਾਵਨ ਪਾਇਓ। ਤ੍ਰੇਤੈ ਤੈ ਮਾਣਿਓ, ਰਾਮ ਰਘੁਵੰਸ਼ ਕਹਾਇਓ। ਸਤਿਜੁਗ ਤੈ ਮਾਣਿਓ, ਛਲਿਓ ਬਲ ਬਾਵਨ ਪਾਇਓ। ਤ੍ਰੇਤੈ ਤੈ ਮਾਣਿਓ, ਰਾਮ ਰਘੁਵੰਸ਼ ਕਹਾਇਓ। ਦੁਆਪੁਰ ਕ੍ਰਿਸ਼ਨ ਮੁਰਾਰ, ਕੰਸ ਕਿਰਤਾਰਥ ਕੀਓ। ਉਗਰ ਸੈਣ ਕਉ ਰਾਜ ਅਪਹੈ, ਭਗਤ ਜਨ ਦੀਓ। ਕਲ ਜੁਗ ਪ੍ਰਮਾਣ ਨਾਨਕ ਗੁਰ, ਅੰਗਦ ਅਮਰ ਕਹਾਇਓ। ਸ੍ਰੀ ਗੁਰੂ ਰਾਜ ਅਬਚਲ ਅਟਲ, ਆਦਿ ਪੁਰਖ ਫਰਮਾਇਓ। ਸ੍ਰੀ ਗੁਰੂ ਰਾਜ ਅਬਚਲ ਅਟਲ, ਆਦਿ ਪੁਰਖ ਫਰਮਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਚਲ ਕਿਰਪਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ। ਤਿਨਾਂ ਦੀ ਅਪਾਰ ਮਿਹਰਾਮਤ ਹੈ, ਅਥਾਹ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ ਨਦਰ ਕਰਕੇ ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ
ਸਤ ਸੰਗਤ ਰੂਪ ਵਿੱਚ ਜੁੜਨ ਦਾ ਅਮੋਲਕ ਸੁਭਾਗ ਭਰਿਆ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਸਤਿਗੁਰੂ ਕੀ ਰਹਿਮਤ ਦੇ ਪਾਤਰ ਬਣਦਿਆਂ ਹੋਇਆਂ ਸਤ ਸੰਗਤ ਰੂਪ ਵਿੱਚ ਜੁੜ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਦੇ ਨਾਲ ਜੁੜ ਕੇ ਅਧਿਆਤਮਿਕ ਲਾਹਾ ਪ੍ਰਾਪਤ ਕਰਦਿਆਂ ਹੋਇਆਂ ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰਨ ਦਾ ਸ਼੍ਰੇਸ਼ਟ ਨਿਰਮਲ ਯਤਨ ਕਰਦੇ ਹੋ ਜੀ। ਬੜੇ ਸੁਭਾਗਸ਼ਾਲੀ ਹੋ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਅੰਤਰਗਤ ਆਪ ਜੀ ਸਵਈਏ ਮਹੱਲੇ ਪਹਿਲੇ ਕੇ ਪਾਠਕਲ ਜੀ ਦੁਆਰਾ ਸਤਿਗੁਰੂ ਗੁਰੂ ਨਾਨਕ ਸਰੂਪ ਦੀ ਅਗਮ ਅਗੋਚਰ ਸਿਫਤ ਦਾ ਜੋ ਅਨੂਪਮ ਅਨੂਠਾ ਵਰਣਨ ਸਵਈਆਂ ਦੇ ਰੂਪ ਵਿੱਚ ਕੀਤਾ ਹੈ, ਇਸ ਬਾਣੀ ਦੀ ਆਪ ਜੀ ਵਿਚਾਰ ਸ਼ਰਵਣ ਕਰ ਰਹੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਜੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ। ਪਾਠਕਲ ਜੀ ਜੋ ਸਤਿਗੁਰੂ ਗੁਰੂ ਨਾਨਕ ਸਰੂਪ ਨੂੰ ਸਾਰੇ ਬ੍ਰਹਿਮੰਡ ਦੇ ਅੰਦਰ ਪਛਾਣਦੇ ਹਨ। ਕੱਲ੍ਹ ਆਪ ਦੇ ਸਮਕਸ਼ ਇੱਕ ਨੁਕਤਾ ਅਰਜ਼ ਕੀਤਾ ਸੀ ਕਿ ਗੁਰੂ ਨਾਨਕ ਅਕਾਲ ਪੁਰਖ ਸਰੂਪ ਕਿਵੇਂ ਹਨ। ਉਹਨਾਂ ਨੇ ਇਸ ਗੱਲ, ਸਤਿਗੁਰੂ ਸਾਹਿਬ ਜੀ ਨੇ ਇਸ ਗੱਲ ਦਾ ਜਿਹੜਾ ਪਰਮ ਭੇਦ ਹੈ ਉਹ ਜਪਜੀ ਸਾਹਿਬ ਦੇ ਅੰਦਰ 100 ਦਰ ਵਾਲੀ ਪੌੜੀ ਦੇ ਅੰਤਰਗਤ ਬਖਸ਼ਿਸ਼ ਕੀਤਾ ਹੈ। ਤਾਂ ਜਦੋਂ ਭੱਟ ਸਾਹਿਬਾਨਾਂ ਨੇ ਗੁਰੂ ਸਾਹਿਬ ਜੀ ਦੀ ਪਾਵਨ ਰਚਨਾ ਪੜ੍ਹੀ ਤਾਂ ਫਿਰ ਉਹਨਾਂ ਨੂੰ ਇਸ ਗੱਲ ਦਾ ਬੋਧ ਹੋਇਆ ਕਿ ਗੁਰੂ ਨਾਨਕ ਇੱਕ ਜੁਗੀ ਨਹੀਂ ਹੈ, ਗੁਰੂ ਨਾਨਕ ਇੱਕ ਰੂਪ ਨਹੀਂ ਹੈ, ਗੁਰੂ ਨਾਨਕ ਇੱਕ ਥਾਂ ਨਹੀਂ ਹੈ, ਗੁਰੂ ਨਾਨਕ ਇੱਕ ਮਜ਼ਹਬ ਨਹੀਂ ਹੈ, ਗੁਰੂ ਨਾਨਕ ਇੱਕ ਵਿਅਕਤੀ ਨਹੀਂ ਹੈ। ਗੁਰੂ ਨਾਨਕ ਸਮੁੱਚਾ ਬ੍ਰਹਿਮੰਡ ਹੈ। ਅਤੇ ਹੁਣ ਤੱਕ ਜਿੰਨੀ ਵੀ ਅਕਾਲ ਪੁਰਖ ਦੇ ਸਰੂਪ ਦੀ ਵਿਚਾਰ ਹੋਈ ਹੈ, ਜਿੰਨਿਆਂ ਨੇ ਵੀ ਗੋਰਖ ਵਰਗਿਆਂ ਨੇ ਧਰਤੀ ਤੋਂ ਆਕਾਸ਼ ਤੱਕ ਆ ਕੇ ਉਹਨੂੰ ਖੋਜਿਆ ਹੈ, ਸ਼ੇਸ਼ ਨਾਰਗ ਵਰਗੇ ਮਹਾਰਿਸ਼ੀਆਂ ਨੇ ਜਿਹੜੇ ਨਵੇਂ ਨਾਮ ਉਚਾਰਨ ਕੀਤੇ ਨੇ, ਵੱਡੇ ਗੰਭੀਰ ਧਿਆਨੀ ਲੋਕਾਂ ਨੇ ਜਿਸ ਪਰਮੇਸ਼ਰ ਦੇ ਰੂਪ ਦੀ ਵਿਥਾਰ ਕਰਕੇ ਉਹਦੇ ਸਰੂਪ ਦਾ ਜ਼ਿਕਰ ਕੀਤਾ, ਉਹ ਅਸਲ ਦੇ ਵਿੱਚ ਗੁਰੂ ਨਾਨਕ ਸਰੂਪ ਹੀ ਹੈ। ਭੱਟ ਸਾਹਿਬਾਨਾਂ ਨੇ ਇਸ ਤਰ੍ਹਾਂ ਭੱਟਕਲ ਜੀ ਨੇ ਸਮਝ ਕੇ ਗੁਰੂ ਨਾਨਕ ਸਰੂਪ ਸਾਹਿਬ ਜੀ ਦੀ ਪਰਮ ਪੁਸਤਕ ਜਿਹੜੀ ਹੈ ਕਥਨ ਕੀਤੀ ਹੈ। ਅੱਜ ਦੇ ਸਵਈਏ ਦੁਆਰਾ ਭੱਟਕਲ ਜੀ ਉਚਾਰਨ ਕਰਦੇ ਹਨ। ਸਤਿਜੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ। ਭੱਟ ਸਾਹਿਬਾਨਾਂ ਦੀ ਬਾਣੀ ਦੇ ਅੰਤਰਗਤ ਜ਼ਿਕਰ ਆਉਂਦਾ ਹੈ, ਤੂੰ ਸਤਿਗੁਰ ਚਾਹੋ ਜੁਗੀ ਆਪ ਆਪੇ ਪਰਮੇਸ਼ਰ। ਕਿਉਂਕਿ ਜੇ ਅਸੀਂ ਸਤਿਗੁਰੂ ਨੂੰ ਕੇਵਲ ਇਤਿਹਾਸ ਕਾਲ ਦਾ ਇੱਕ ਵਿਅਕਤੀ ਜਾਣ ਲਈਏ ਅਤੇ ਫਿਰ ਜਦੋਂ ਦੀ ਫਿਰ ਇਹਦਾ ਭਾਵ ਇਹ ਹੈ ਕਿ ਜੇ ਗੁਰੂ ਨੂੰ ਇਤਿਹਾਸ ਕਾਲ ਦਾ ਵਿਅਕਤੀ ਜਾਣ ਲਿਆ ਅਤੇ ਗੁਰੂ ਤੋਂ ਪਹਿਲਾਂ ਜਿਹੜੀ ਲੋਕਾਈ ਹੋ ਗਈ ਹੈ ਉਹਨੂੰ ਫਿਰ ਨਵਾਜ਼ਿਸ਼ ਕਰਨ ਵਾਲਾ ਕੌਣ ਹੋਏਗਾ। ਜੇ ਗੁਰੂ ਨਾਨਕ ਸਰੂਪ ਦਾ ਪ੍ਰਕਾਸ਼ ਕੇਵਲ 1469 ਤੋਂ ਹੀ ਮੰਨ ਲਈਏ, ਉਹਦੇ ਤੋਂ ਪਹਿਲਾਂ ਜਿਹੜੀ ਇੰਨੀ ਲੋਕਾਈ ਹੋਈ ਹੈ, ਜਾਂ ਉਸ ਤੋਂ ਭਾਵੇਂ ਕੁਝ ਦਿਨ ਪਹਿਲਾਂ, ਜਿਵੇਂ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ 10 ਸਾਲ ਵੱਡੇ ਸਨ ਆਜੂ ਦੇ ਵਿੱਚ। ਇਸ ਕਰਕੇ ਜੇ ਸਤਿਗੁਰੂ ਸਰੂਪ ਨੂੰ ਹੀ ਕਿਸੇ ਸਮੇਂ ਸੀਮਾ ਦੇ ਵਿੱਚ ਤਸੱਵਰ ਕਰ ਲਿਆ ਗਿਆ ਤਾਂ ਸਾਰੀ ਬ੍ਰਹਿਮੰਡ ਵਿੱਚ ਜਿੰਨੀ ਰਚਨਾ ਵਸ ਰਹੀ ਹੈ ਉਹਨੂੰ ਕੌਣ ਨਿਵਾਜਿਸ਼ ਕਰੇਗਾ, ਉਹਦਾ ਕੌਣ ਉਧਾਰ ਕਰੇਗਾ। ਇਸ ਕਰਕੇ ਭੱਟ ਸਾਹਿਬਾਨਾਂ ਨੇ ਬਾਣੀ 'ਚ ਕਿਹਾ, ਤੂੰ ਸਤਿਗੁਰ ਚੌ ਜੁਗੀ, ਕਿ 4 ਯੁੱਗਾਂ ਕਰਕੇ ਹੁਣ ਤੱਕ ਸਮੇਂ ਦੀ ਗਿਣਤੀ ਕੀਤੀ ਜਾਂਦੀ ਹੈ ਅਤੇ ਹਰੇਕ ਯੁੱਗ ਦੇ ਵਿੱਚ ਗੁਰੂ ਜੋਤ ਪ੍ਰਕਾਸ਼ਿਤ ਰਹੀ ਹੈ। ਗੁਰੂ ਜੋਤ ਨੇ ਆਪੋ ਆਪਣੀ ਜਿਹੜਾ ਪ੍ਰਕਾਸ਼ ਜਿਵੇਂ ਜਿਵੇਂ ਹੋਣਾ ਸੀ ਉਵੇਂ ਉਵੇਂ ਕੀਤਾ ਹੈ। ਤਾਂ ਭੱਟਕਲ ਜੀ ਆਖਦੇ ਹਨ, ਸਤਿਜੁਗ ਤੈ ਮਾਣਿਓ। ਕਹਿੰਦੇ ਸਤਿਜੁਗ ਦੇ ਵਿੱਚ ਗੁਰੂ ਨਾਨਕ ਤੁਹਾਡੇ ਪਰਮ ਗੁਰੂ ਸਰੂਪ ਦੀ ਜਦ ਗੱਲ ਕੀਤੀ ਜਾਂਦੀ ਹੈ, ਵਿਚਾਰ ਕੀਤੀ ਜਾਂਦੀ ਹੈ, ਤਾਂ ਸਮਝਿਆ ਜਾਂਦਾ ਹੈ ਕਿ ਜਿਹੜਾ ਬਲ ਰਾਜੇ ਨੂੰ ਛਲਣ ਵਾਲਾ 52 ਅਵਤਾਰ ਸੀ ਉਹ ਤੁਹਾਡਾ ਸਰੂਪ ਸੀ। ਭਾਵ ਕਿ ਸਤਿਯੁਗ ਦੇ ਵਿੱਚ ਅਧਰਮ ਦਾ ਪਸਾਰ ਨਹੀਂ ਸੀ ਵਧਿਆ, ਅਜੇ ਅਗਿਆਨ ਦੀ ਧੁੰਦ ਚਾਰੇ ਪਾਸੇ ਨਹੀਂ ਸੀ ਛਾਈ। ਕੇਵਲ ਜਿਹੜਾ ਬਲ ਰਾਜਾ ਵੱਡਾ ਦਾਨ ਕਰਨ ਕਰਕੇ ਅਹੰਕਾਰੀ ਹੋ ਗਿਆ ਸੀ
ਤੇ ਆਪਣੇ ਆਪ ਨੂੰ ਬੜਾ ਸ਼੍ਰੇਸ਼ਟ ਸਮਝਦਾ ਸੀ। ਉਹਦੇ ਅਹੰਕਾਰ ਨੂੰ ਨਾਸ਼ ਕਰਨ ਦੇ ਲਈ ਪਰਮੇਸ਼ਰ ਹੈ ਗੁਰੂ ਨਾਨਕ ਸਰੂਪ ਤੁਹਾਡੇ ਵਿੱਚ ਕੁਝ ਕਲਾਵਾਂ ਨੂੰ ਲੈ ਕੇ ਪੈਦਾ ਹੋਇਆ ਅਵਤਾਰ, ਜਿਹਨੂੰ 52 ਅਵਤਾਰ ਕਿਹਾ ਜਾਂਦਾ ਹੈ। ਉਹਨੇ 52 ਅਵਤਾਰ ਦੇ ਰੂਪ ਵਿੱਚ ਰਾਜੇ ਬਲ ਦੇ ਗ੍ਰਹਿ ਦੇ ਸਨਮੁਖ ਜਾ ਕੇ ਕਿਹਾ ਕਿ ਮੈਂ ਇੱਥੇ ਕੁਝ ਕੁ ਮੈਨੂੰ 2.5 ਕਦਮ ਧਰਤੀ ਚਾਹੀਦੀ ਹੈ। ਤੇ ਰਾਜੇ ਬਲ ਨੇ ਸਮਝਿਆ ਕਿ ਕਿੱਡੀ ਗੱਲ ਹੈ। ਕਹਿਣ ਲੱਗਾ ਜਿੱਥੋਂ ਮਰਜ਼ੀ ਮਿਲ ਲਓ, ਏਡਾ ਵੱਡਾ ਮੇਰਾ ਰਾਜ ਹੈ। ਉਹਨੇ 2 ਕਦਮਾਂ 'ਚ ਸਾਰੀ ਉਹਦੀ ਸ੍ਰਿਸ਼ਟੀ ਮਿਲ ਲਈ, ਸਾਰਾ ਰਾਜ ਉਹਦਾ ਮਿਲ ਲਿਆ। ਤੇ ਫਿਰ ਅੱਧਾ ਕਦਮ ਹੋਰ ਲੈਣ ਦੇ ਲਈ ਬਲ ਰਾਜੇ ਨੂੰ ਪਤਾਲ ਵਿੱਚ ਜਾਣਾ ਪਿਆ। ਇਸ ਕਰਕੇ ਭੱਟ ਕੱਲ ਜੀ ਆਖਦੇ ਨੇ, ਹੇ ਸਤਿਗੁਰੂ ਗੁਰੂ ਨਾਨਕ ਸਰੂਪ, ਸਤਯੁਗ ਦੇ ਵਿੱਚ ਤੁਸੀਂ 52 ਅਵਤਾਰ ਰੂਪ ਹੋਏ ਹੋ। ਹੁਣ 52 ਰੂਪ ਹੋਣ ਦਾ ਭਾਵ ਹੈ ਕਿ ਇਹ ਤਾਂ ਇਕੱਲਾ ਇੱਕ ਕਥਾਨਕ ਹੈ। ਇਹਦੇ ਮਗਰਲਾ ਅਰਥ ਹੈ ਕਿ ਜਿਹੜੇ ਦੁਨੀਆ ਦੇ ਵਿੱਚ ਜਿਉਂ ਦੀ ਦੁਨੀਆ ਦੀ ਰਚਨਾ ਚੱਲੀ ਆ ਰਹੀ ਹੈ, ਜਿਹੜੇ ਸੰਪਦਾ ਕਰਕੇ ਵੱਡੇ ਬੰਦੇ ਹੁੰਦੇ ਹਨ, ਧਨ ਕਰਕੇ ਵੱਡੇ ਬੰਦੇ ਹੁੰਦੇ ਹਨ, ਉਹ ਹਮੇਸ਼ਾ ਗਿਆਨਵਾਨ ਨੂੰ ਛੋਟਾ ਜਾਣਦੇ ਨੇ। ਰਾਜੇ ਬਲ ਨੇ ਵੀ ਇੰਝ ਕੀਤਾ ਸੀ ਕਿ ਉਸ ਜਿਹੜਾ 52 ਕੁੰਗਲਾਂ ਦਾ ਜਿਹੜਾ ਬ੍ਰਾਹਮਣ ਬਣ ਕੇ ਆਇਆ ਸੀ ਪਰਮੇਸ਼ਵਰੀ ਰੂਪ, ਇਹ ਨਹੀਂ ਸੀ ਪਤਾ ਕਿ ਐਡਾ ਵੱਡਾ ਪਰਮ ਗਿਆਨੀ, ਉਹਨੂੰ ਤੁਛ ਜਾਣੇ, ਕਹਿੰਦਾ ਜਿੱਥੋਂ ਮਰਜ਼ੀ ਜ਼ਮੀਨ ਲੈ ਲੈ। ਤੇ ਫਿਰ ਗੁਰੂ ਭੱਟ ਕੱਲ ਜੀ ਆਖਦੇ ਨੇ ਕਿ ਹੇ ਗੁਰੂ ਨਾਨਕ ਸਰੂਪ, ਜਦੋਂ ਤੂੰ ਗਿਆਨ ਰੂਪ ਹੋ ਕੇ 52 ਅਵਤਾਰ ਦੇ ਰੂਪ ਵਿੱਚ ਪ੍ਰਗਟਿਆ ਤਾਂ ਤੂੰ ਇਹ ਪ੍ਰਗਟ ਕਰ ਦਿੱਤਾ ਕਿ ਗਿਆਨਵਾਨ ਪੁਰਖ ਭਾਵੇਂ ਛੋਟਾ ਵੀ ਹੋਵੇ, ਪਰ ਉਹ ਮਾਇਆਧਾਰੀ ਬੰਦੇ ਨੂੰ, ਧਨ ਸੰਪਦਾ ਦੇ ਅਹੰਕਾਰ ਵਾਲੇ ਬੰਦੇ ਨੂੰ ਛਲ ਕੇ ਉਹਨੂੰ ਛੋਟਾ ਸਾਬਤ ਕਰ ਦਿੰਦਾ। ਭਾਵ ਕਿ ਗੁਰੂ ਦਾ ਗਿਆਨ ਸਰੂਪ ਸਦਾ ਹੀ ਉਜਲ ਰਹਿੰਦਾ ਹੈ। ਜੇ ਇਕੱਲੀ ਰਾਜੇ ਬਲ ਦੀ ਜਾਂ 52 ਅਵਤਾਰ ਦੀ ਗੱਲ ਹੋਵੇ, ਉਹ ਤਾਂ ਫਿਰ ਸਤਯੁਗ ਦਾ ਇੱਕ ਕਥਾਨਕ ਬਣ ਕੇ ਰਹਿ ਗਿਆ ਨਾ। ਪਰ ਗੁਰੂ ਨਾਨਕ ਸਰੂਪ ਦੇ ਬਾਰੇ ਭੱਟ ਕੱਲ ਜੀ ਆਖਦੇ ਹਨ ਕਿ ਗੁਰੂ ਨਾਨਕ ਸਰੂਪ ਜਦੋਂ ਸਤਯੁਗ ਦੇ ਵਿੱਚ ਗਿਆਨ ਰੂਪ ਕਰਕੇ ਪ੍ਰਗਟਿਆ ਤੇ ਬਲ ਕਰਕੇ ਜਿਹੜਾ ਮਾਇਆ ਦਾ ਅਹੰਕਾਰ ਰੂਪ ਸਿਲਸਿਲਾ ਸੀ ਉਹਨੂੰ ਨਿਵਰਤ ਕਰ ਦਿੱਤਾ ਸੀ। ਇਸ ਕਰਕੇ ਭੱਟ ਕੱਲ ਜੀ ਆਖਦੇ ਨੇ, ਹੇ ਸਤਿਗੁਰੂ ਗੁਰੂ ਨਾਨਕ ਸਰੂਪ, ਤੂੰ ਸਤਯੁਗ ਦੇ ਵਿੱਚ ਵੀ ਆਪਣੇ ਸਰੂਪ ਦਾ ਪ੍ਰਗਟਾਵਾ ਕੀਤਾ ਹੈ। ਤ੍ਰੇਤੈ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ। ਤਾਂ ਅੱਗੇ ਆਖਦੇ ਨੇ ਕਿ ਯੁੱਗਾਂ ਦੇ ਸਿਲਸਿਲੇ ਵਿੱਚ ਤ੍ਰੇਤਾ ਯੁੱਗ ਆਰੰਭ ਹੋਇਆ ਅਤੇ ਤ੍ਰੇਤੇ ਯੁੱਗ ਦੇ ਵਿੱਚ ਆਪ ਜੀ ਨੇ ਰਾਮ ਰੂਪ ਹੋ ਕੇ, ਹੁਣ ਰਾਮ ਰੂਪ ਦਾ ਭਾਵ ਕਿ ਰਮੰਤੀ ਰਾਮ, ਉਸ ਯੁੱਗ ਦੇ ਵਿੱਚ ਵੀ ਪ੍ਰਗਟ ਹੋਏ। ਪਰ ਸਾਰੀ ਕਾਇਨਾਤ ਨੇ ਰਘੁਵੰਸ਼ ਦਾ ਭਾਵ ਸੂਰਜ ਦੀਆਂ ਕਿਰਨਾਂ ਆਪ ਜੀ ਆਪਣੇ ਗਿਆਨ ਦੇ ਪ੍ਰਕਾਸ਼ ਕਰਕੇ ਉਸ ਯੁੱਗ ਵਿੱਚ ਪ੍ਰਗਟ ਹੋਏ। ਅਤੇ ਨਾ ਆਪ ਜੀ ਦੀ ਹਸਤੀ ਨੂੰ ਉਸ ਸਮੇਂ ਦੀ ਜਿਹੜੀ ਮਾਨਵ ਦ੍ਰਿਸ਼ਟੀ ਉਹਨੇ ਰਾਮ ਪੁਰਖ ਕਰਕੇ ਜਾਣੇ। ਇਸ ਕਰਕੇ ਭੱਟ ਕੱਲ ਜੀ ਆਖਦੇ ਹਨ ਕਿ ਹੇ ਸਤਿਗੁਰੂ ਗੁਰੂ ਨਾਨਕ ਸਰੂਪ, ਤ੍ਰੇਤੇ ਯੁੱਗ ਦੇ ਵਿੱਚ ਤੁਸੀਂ ਰਘੂ ਕੁਲ ਦਾ ਰੂਪ ਹੋ ਕੇ, ਭਾਵ ਕਿ ਗਿਆਨ ਦੇ ਪਰਮ ਪ੍ਰਕਾਸ਼ਕ ਹੋ ਕੇ ਮਹਾਂਪ੍ਰਕਾਸ਼ ਕੀਤਾ ਅਤੇ ਤੁਹਾਡੇ ਸਰੂਪ ਨੂੰ ਰਾਮ ਜੀ ਕਰਕੇ ਜਾਣਿਆ ਗਿਆ। ਭਾਵ ਕਿ ਜਿਹੜੇ ਰਘੂਵੰਸ਼ ਦੇ ਰਾਜੇ ਸਨ, ਕਿਉਂਕਿ ਉਹਨਾਂ ਨੇ ਮਰਜ਼ਾਦਾ ਸਥਾਪਤੀ ਦੇ ਨਾਲ ਯੁੱਗਾਂ ਦਾ ਵਿਧਾਨ ਬੰਨਿਆ ਸੀ ਕਿ ਯੁੱਗਾਂ ਦੇ ਵਿੱਚ ਅਧਰਮ ਨਾ ਵੱਧ ਜਾਏ। ਇਸ ਕਰਕੇ ਭੱਟ ਕੱਲ ਜੀ ਆਖਦੇ ਹਨ ਕਿ ਜਦੋਂ ਤ੍ਰੇਤੇ ਯੁੱਗ ਦੇ ਵਿੱਚ ਇਸ ਕਾਇਨਾਤ ਨੂੰ ਗੁਰੂ ਨਾਨਕ ਸਰੂਪ ਦੀ ਆਮਦ ਚਾਹੀਦੀ ਸੀ, ਉਦੋਂ ਗੁਰੂ ਨਾਨਕ ਸਰੂਪ ਕੁਝ ਕਲਾਵਾਂ ਦਾ ਅਵਤਾਰ ਧਾਰਨ ਕਰਕੇ ਰਾਮ ਰੂਪ ਪੁਰਖ ਰੂਪ ਹੋ ਕੇ ਪ੍ਰਗਟੇ ਸਨ। ਦੁਆਪੁਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ। ਅਤੇ ਅੱਗੇ ਜ਼ਿਕਰ ਕਰਦੇ ਹਨ ਭੱਟ ਕੱਲ ਜੀ ਦੁਆਪੁਰ, ਦੁਆ ਦਾ ਭਾਵ ਦਵੈਤ, ਪੁਰ ਦਾ ਭਾਵ ਭਰਪੂਰ, ਕਿ ਜਿਹੜਾ ਦਵੈਤ ਦੇ ਨਾਲ ਭਰਪੂਰ ਯੁੱਗ ਹੈ ਉਹਦੇ ਵਿੱਚ ਆਖਦੇ ਨੇ ਕ੍ਰਿਸ਼ਨ ਮੁਰਾਰ, ਕਿ ਪਰ ਤੁਹਾਡੇ ਸਰੂਪ ਨੂੰ ਕ੍ਰਿਸ਼ਨ ਕਰਕੇ ਜਾਣਿਆ ਗਿਆ। ਪਰ ਹੇ ਗੁਰੂ ਨਾਨਕ ਸਰੂਪ, ਤੁਸੀਂ ਆਪਣੇ ਗਿਆਨ ਦੇ ਪ੍ਰਕਾਸ਼ ਕਰਕੇ ਮੁਰ ਦਾ ਭਾਵ ਮੁਰਦੈਂਤ, ਉਹਦਾ ਅਰ ਕਰਨ ਵਾਲੇ, ਗਿਆਨ ਦਾ ਪ੍ਰਕਾਸ਼ਕ ਹੋ ਕੇ ਸਾਰੇ ਅਗਿਆਨ ਦਾ ਨਾਸ਼ ਕੀਤਾ ਹੈ। ਕੰਸ ਕਿਰਤਾਰਥ ਕੀਓ, ਅਤੇ ਜਿਹੜੇ ਸਮੇਂ ਦੇ ਵਿੱਚ ਭੈਦਾਇਕ ਸਥਿਤੀਆਂ ਪੈਦਾ ਕਰਕੇ ਜਿਹੜਾ ਦਵੈਤ ਪੈਦਾ ਕਰਨ ਵਾਲੇ ਸਨ ਉਹਨਾਂ ਨੂੰ ਕਿਰਤਾਰਥ ਕੀਓ, ਭਾਵ ਕਿ ਉਹਨਾਂ ਦਾ ਸੰਘਾਰ ਕੀਤਾ ਸੀ। ਹੁਣ ਜੇ ਅਸੀਂ ਇਹਨਾਂ ਨੂੰ ਕੇਵਲ ਅਵਤਾਰਾਂ ਦੇ ਰੂਪ 'ਚ ਗੁਰੂ ਨਾਨਕ ਨੂੰ ਦੇਖਣਾ ਹੈ ਤਾਂ ਫਿਰ ਸਾਨੂੰ ਗੁਰੂ ਨਾਨਕ ਦੀ ਵਿਸ਼ਾਲ ਦ੍ਰਿਸ਼ਟੀ ਨਹੀਂ ਪ੍ਰਾਪਤ ਹੋਏਗੀ। ਰਘੂਵੰਸ਼ ਕਹਿਣ ਦਾ ਮਤਲਬ ਇਕੱਲੀ ਰਾਮ ਜੀ ਦੀ ਕੁੱਲ ਨਹੀਂ ਹੈ। ਰਘੂਵੰਸ਼ ਕਹਿਣ ਦਾ ਮਤਲਬ ਹੈ ਕਿ ਜਿਵੇਂ ਸੂਰਜ ਦੀਆਂ ਕਿਰਨਾਂ ਪ੍ਰਕਾਸ਼ਕ ਹਨ, ਇਵੇਂ ਗੁਰੂ ਨਾਨਕ ਸਰੂਪ ਦਾ ਪ੍ਰਕਾਸ਼ ਰਾਮ ਰੂਪ ਹੋ ਕੇ ਸਾਰੀ ਧਰਤੀ ਵਿੱਚ ਰਮਿਆ ਸੀ।
ਪਰ ਉਦੋਂ ਜਿਹੜੀ ਦ੍ਰਿਸ਼ਟੀ ਸੀ ਉਹਨੇ ਕੇਵਲ ਉਹਨੂੰ ਰਾਮ ਪੁਰਖ ਦੇ ਵਿੱਚ ਹੀ ਜਾਣਿਆ। ਹੁਣ ਦੂਜਾ ਜਦੋਂ ਆਖਦੇ ਹਨ ਦੁਆਪਰ ਕ੍ਰਿਸ਼ਨ ਮੁਰਾਰ, ਕਹਿੰਦੇ ਉਸ ਯੁੱਗ ਦੇ ਵਿੱਚ ਦਵੈਤ ਭਰਪੂਰ ਹੋ ਗਿਆ ਸੀ। ਇੱਕ ਪਾਸੇ ਲੀਲਾ, ਦੂਜੇ ਪਾਸੇ ਜਿਹੜੇ ਕਰਮ ਕਾਂਡ, ਤੀਜੇ ਪਾਸੇ ਪਰਮੇਸ਼ਰ ਦੀ ਨਿਰੋਲ ਭਗਤੀ, ਕਿ ਇਹਨਾਂ ਦੇ ਵਿੱਚ ਇੱਕ ਵੱਡੇ ਵੱਡੇ ਅੰਤਰਾਲ ਆ ਗਏ ਸਨ। ਅਤੇ ਕਹਿੰਦੇ ਗੁਰੂ ਨਾਨਕ ਸਰੂਪ ਨੇ ਆਪਣਾ ਪ੍ਰਗਟਾਵਾ ਫਿਰ ਕੀਤਾ ਅਤੇ ਉਹਨਾਂ ਨੇ ਕ੍ਰਿਸ਼ਨ ਭਾਵ ਕਿ ਜਿਹੜਾ ਜਿਵੇਂ ਕ੍ਰਿਸ਼ਨ ਨੂੰ ਕਿਹਾ ਜਾਂਦਾ ਕਿ ਉਹਨਾਂ ਨੇ ਮੁਰਦੈਂਤ ਦਾ ਨਾਸ਼ ਕੀਤਾ। ਭੱਟਾਂ ਨੇ ਕੇਵਲ ਇੱਕ ਕਥਾਨਕ ਵਰਤਿਆ ਹੈ। ਕਥਾਨਕ ਦਾ ਮਤਲਬ ਕਿ ਜਿਹੜੀ ਗੱਲ ਜਿਸ ਰੂਪ 'ਚ ਚੱਲੀ ਆ ਰਹੀ ਉਹਦੇ ਵਿੱਚ ਆਪਣੇ ਅਰਥ ਪਾ ਕੇ ਕਹਿਣੇ। ਤਾਂ ਭੱਟ ਕਲ ਜੀ ਆਖਦੇ ਹਨ ਕਿ ਗੁਰੂ ਨਾਨਕ ਸਰੂਪ ਦੁਆਪਰ ਯੁੱਗ ਦੇ ਵਿੱਚ ਤੁਸੀਂ ਹੀ ਗਿਆਨ ਦਾ ਪ੍ਰਕਾਸ਼ਕ ਹੋ ਕੇ ਜਿਵੇਂ ਮੁਰ ਰੂਪ ਸਾਰੇ ਦੈਂਤਾਂ ਦਾ ਨਾਸ਼ ਕੀਤਾ, ਕੰਸ ਵਰਗੇ ਜਿਹੜੇ ਧਰਮ ਦਾ ਉਭਾਰ ਕਰਨ ਧਰਮ ਦਾ ਸੰਘਾਰ ਕਰਨ ਵਾਲੇ ਸਨ, ਅਧਰਮੀ ਸਨ, ਦਵੈਤ ਦੀ ਦ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਸਨ, ਉਹਨਾਂ ਨੂੰ ਕਿਰਤਾਰਥ ਕੀਤਾ। ਉਗਰ ਸੈਣ ਕਉ ਰਾਜ ਅਭੈ ਭਗਤ ਹੈ ਜਨ ਦੀਓ। ਜਿਹੜਾ ਉਗਰ ਸੈਣ ਸੀ ਇਹ ਕੰਸ ਦਾ ਪਿਤਾ ਕਿਹਾ ਜਾਂਦਾ ਸੀ ਕਿ ਦੁਆਪਰ ਯੁੱਗ ਦੇ ਵਿੱਚ ਜਿਹੜਾ ਅਧਰਮ ਭਾਰੂ ਹੋ ਕੇ ਅਤੇ ਜਿਹੜੇ ਨਾਲਾਇਕ ਬੰਦੇ ਸਿੰਘਾਸਣ 'ਤੇ ਬੈਠ ਗਏ ਸਨ, ਕਹਿੰਦੇ ਗੁਰੂ ਨਾਨਕ ਸਰੂਪ ਆਪ ਜੀ ਨੇ ਆਪਣੇ ਗਿਆਨ ਦਾ ਪ੍ਰਕਾਸ਼ ਕਰਕੇ ਦੁਆਪਰ ਯੁੱਗ ਦੇ ਵਿੱਚ ਉਗਰ ਸੈਣ ਨੂੰ ਰਾਜ 'ਤੇ ਬਿਠਾਇਆ ਅਤੇ ਸਾਰੇ ਭਗਤਾਂ ਨੂੰ ਅਭੈ ਨਿਰਭੈ ਕਰਕੇ ਸਾਰਿਆਂ ਭਗਤਾਂ ਨੂੰ, ਭਗਤ ਦਾਨਾਂ ਨੂੰ, ਜਿੰਨੇ ਵੀ ਭਗਤ ਜਨ ਸਨ, ਭੱਟ ਕਲ ਜੀ ਆਖਦੇ ਹਨ ਉਗਰ ਸੈਣ ਕਉ ਰਾਜ ਅਭੈ ਰੂਪ ਰਾਜ। ਉਹ ਰਾਜ ਇਹਦੇ ਵਿੱਚ ਸਮੁੱਚਾ ਜਗਤ ਨਿਰਭਉ ਰਹਿੰਦਾ ਹੈ। ਐਸੇ ਰਾਜ ਦੀ ਬਖਸ਼ਿਸ਼ ਕੀਤੀ ਹੈ। ਕਲ ਯੁਗ ਪਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ। ਹੁਣ ਇਹ ਵਿਚਾਰ ਨੂੰ ਫਿਰ ਇੱਕ ਵਾਰੀ ਸਿਲਸਿਲੇਵਾਰ ਦੇ ਰੂਪ ਦੇ ਵਿੱਚ ਰੱਖਦਾ, ਕਿਉਂਕਿ ਅਜੇ ਤੱਕ ਇਸ ਸਵਈਏ ਦੀ ਸ਼੍ਰੇਸ਼ਟ ਵਿਚਾਰ ਪੰਥ 'ਚ ਕਿਧਰੇ ਹੋਈ ਨਹੀਂ ਹੈ। ਤਾਂ ਜਾਂ ਉਹਦਾ ਗਹਿਰਾ ਭਾਵ ਨਹੀਂ ਸਮਝਣ ਦਾ ਯਤਨ ਕੀਤਾ ਗਿਆ, ਕੇਵਲ ਉਹਨਾਂ ਨੂੰ ਅਵਤਾਰਾਂ ਦੇ ਹਵਾਲਿਆਂ ਨਾਲ ਕਹਿ ਦਿੱਤਾ ਗਿਆ। ਹੁਣ ਆਰੰਭ ਦੇ ਵਿੱਚ ਜਦੋਂ ਯੁੱਗਾਂ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ, ਅਕਾਲ ਪੁਰਖ ਉਦੋਂ ਵੀ ਰੂਪ ਵਿੱਚ ਵਿਆਪਕ ਸੀ, ਪਰ ਸਤਯੁੱਗ ਦੇ ਵਿੱਚ ਕੇਵਲ ਉਹਨੂੰ 52 ਰੂਪ ਕਰਕੇ ਜਾਣਿਆ। ਭਾਵ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਸਤਯੁੱਗ ਦੇ ਵਿੱਚ ਕੇਵਲ 52 ਅਵਤਾਰ ਕਰਕੇ ਸਮਝਿਆ ਗਿਆ। ਤ੍ਰੇਤੇ ਦੇ ਵਿੱਚ ਰਮੰਤੀ ਰਾਮ ਨੂੰ ਜਾਣਨ ਦੀ ਬਜਾਏ ਕੇਵਲ ਉਹਨੂੰ ਪੁਰਖ ਰੂਪ ਜਿਹੜਾ ਰਾਮ ਜੀ ਜਾਣਿਆ ਗਿਆ। ਦੁਆਪਰ ਦੇ ਵਿੱਚ ਜਿਨ੍ਹਾਂ ਨੇ ਦਵੈਤ ਕਰਕੇ ਸਾਰੇ ਅਗਿਆਨ ਨੂੰ, ਅਧਰਮ ਨੂੰ ਨਾਸ਼ ਕੀਤਾ, ਉਸ ਪਰਮੇਸ਼ਰ ਦੇ ਮੁਰਾਰ ਰੂਪ ਨੂੰ ਸਾਰੀ ਕਾਇਨਾਤ ਵਿੱਚ ਸਮਝਣ ਦੀ ਬਜਾਏ ਕੇਵਲ ਕ੍ਰਿਸ਼ਨ ਰੂਪ ਦੇ ਵਿੱਚ ਦੇਖਿਆ ਗਿਆ। ਤਾਂ ਕਹਿੰਦੇ ਜਦੋਂ ਸ੍ਰਿਸ਼ਟੀ ਅਧਰਮ ਦੇ ਨਾਲ ਬੇਹਾਲ ਹੋ ਗਈ ਤਾਂ ਫਿਰ ਜਿਹੜਾ ਗੁਰੂ ਨਾਨਕ ਆਦਿ ਸਰੂਪ ਹੈ, ਆਦਿ ਸਰੂਪ ਦਾ ਭਾਵ ਕਿ ਜਦੋਂ ਇਹ ਸ੍ਰਿਸ਼ਟੀ ਦੀ ਰਚਨਾ ਆਰੰਭ ਹੋਣੀ ਹੈ ਅਤੇ ਜਦੋਂ ਗੁਰੂ ਨਾਨਕ ਸਰੂਪ ਜਿਹੜਾ ਨਕਸ਼, ਜਿਹੜਾ ਗੁਰੂ ਨਾਨਕ ਸਾਹਿਬ ਦੀ ਪਰਮ ਜੋਤ ਉਸ ਵੇਲੇ ਵਿਆਪਕ ਹੈ, ਫਿਰ ਕਹਿੰਦੇ ਉਹ ਸੰਪੂਰਨ ਹੋ ਕੇ ਆਪ ਪ੍ਰਗਟੀ ਹੈ। ਪ੍ਰਮਾਣ ਦਾ ਭਾਵ ਇਹ ਹੈ ਕਿ ਅਸੀਂ ਜਿਵੇਂ ਕਈ ਚੀਜ਼ਾਂ ਨੂੰ ਤਰ੍ਹਾਂ ਤਰ੍ਹਾਂ ਦੇ ਨਾਲ ਸਿੱਧ ਕਰਦੇ ਹਾਂ, ਜਿਵੇਂ ਇਹ ਸਾਬਤ ਕਰਨਾ ਹੈ ਜੀ ਕਿ ਦੁੱਧ ਦਾ ਰੰਗ ਚਿੱਟਾ ਹੈ, ਫਿਰ ਚਿੱਟੇ ਰੰਗ ਦੀਆਂ ਜਿੰਨੀਆਂ ਕੁ ਉਦਾਹਰਣਾਂ ਨੇ ਉਹ ਸਾਰੀਆਂ ਲੱਭ ਕੇ ਦਿੰਦੇ ਆ ਜੀ ਦੁੱਧ ਚਿੱਟਾ ਹੁੰਦਾ ਹੈ। ਪਰ ਜੇ ਬਿਲਕੁਲ ਦੁੱਧ ਸਾਹਮਣੇ ਰੱਖ ਦਈਏ, ਬੰਦਾ ਦੇਖ ਲਵੇ ਤਾਂ ਕੋਈ ਸ਼ੰਕਾ ਨਹੀਂ ਰਹੇਗਾ ਕਿ ਦੁੱਧ ਦਾ ਰੰਗ ਚਿੱਟਾ ਹੁੰਦਾ ਹੈ। ਇਸ ਕਰਕੇ ਕਹਿਣ ਲੱਗੇ ਪਹਿਲੇ ਯੁੱਗਾਂ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਰੂਪ ਆਪ ਜੀ ਪ੍ਰਗਟੇ, ਪਰ ਆਪ ਜੀ ਨੂੰ ਕਿਸੇ ਇੱਕ ਰੂਪ ਦੇ ਵਿੱਚ ਦੇਖਿਆ ਗਿਆ ਅਤੇ ਫਿਰ ਗੁਰੂ ਨਾਨਕ ਅਕਾਲ ਪੁਰਖ ਸਰੂਪ ਕਲਯੁੱਗ ਦੇ ਵਿੱਚ ਪ੍ਰਤੱਖ ਪ੍ਰਮਾਣ ਹੋ ਕੇ ਪ੍ਰਗਟੇ, ਤਾਂ ਕਿ ਅਕਾਲ ਪੁਰਖ ਦੇ ਸਮੁੱਚੇ ਨੂਰ ਦਾ, ਸਮੁੱਚੀ ਕਰੁਣਾ ਦਾ, ਸਮੁੱਚੀ ਕਿਰਪਾ ਦਾ, ਸਮੁੱਚੀ ਨਵਾਜ਼ਿਸ਼ ਦਾ ਮੁਜੱਸਮ ਗੁਰੂ ਨਾਨਕ ਦੇ ਵਿੱਚੋਂ ਨਜ਼ਰ ਆ ਜਾਵੇ। ਇਸ ਕਰਕੇ ਕਹਿੰਦੇ ਕਲਯੁੱਗ ਦੇ ਵਿੱਚ ਇਹ ਅਕਾਲ ਪੁਰਖ ਗੁਰੂ ਨਾਨਕ ਸਰੂਪ ਆਪ ਜੀ ਖੁਦ ਪ੍ਰਗਟੇ ਹੋ, ਪ੍ਰਮਾਣ ਹੋ। ਇਸ ਤੋਂ ਬਾਅਦ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ ਕਿ ਪਰਮੇਸ਼ਰ ਸ੍ਰਿਸ਼ਟੀ ਦੇ ਕਲਿਆਣ ਦੇ ਲਈ ਕਿਵੇਂ ਜਿਹੜਾ ਸਰਗੁਣ ਨਿਰਗੁਣ ਤੋਂ ਸਰਗੁਣ ਹੋ ਜਾਂਦਾ ਹੈ। ਕਹਿੰਦੇ ਅਜੇ ਤੱਕ ਇਹ ਭੇਦ ਚੱਲਿਆ ਆ ਰਿਹਾ ਸੀ ਕਿ ਉਹ ਨਿਰਗੁਣ ਰਹਿੰਦਾ ਹੈ, ਪਰ ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਆਪ ਜੀ ਪ੍ਰਗਟੇ ਤਾਂ ਸਰਗੁਣ ਹੋ ਗਏ। ਹੁਣ ਇਸ ਗੱਲ ਨੂੰ ਇੱਕ ਹੋਰ ਸਿਲਸਿਲੇ ਨਾਲ ਸਮਝਿਆ ਜਾ ਸਕਦਾ ਹੈ ਕਿ ਜਦੋਂ ਅਸੀਂ ਅਵਤਾਰ ਟ੍ਰੈਡੀਸ਼ਨ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੀ ਕੋਈ ਮਹਿਦੂਦੀਅਤ ਬਣ ਜਾਂਦੀ ਹੈ, ਭਾਵ ਕਿ ਕਿਸੇ ਨਾ ਕਿਸੇ ਪੱਖ 'ਤੇ ਜਾ ਕੇ ਉਹਨਾਂ ਦੇ ਜੀਵਨ ਦੀ ਕਿਤੇ ਸੀਮਾ ਬਣਨ ਲੱਗ ਪੈਂਦੀ ਹੈ। ਸਾਨੂੰ ਇਉਂ ਗਿਆਨ ਦੇ ਨੁਕਤੇ ਤੋਂ ਲੱਗਦਾ ਹੈ, ਪਰ ਗੁਰੂ ਨਾਨਕ ਅਕਾਲ ਪੁਰਖ ਸਰੂਪ ਨੇ ਐਸਾ ਪ੍ਰਮਾਣ ਪ੍ਰਗਟ ਕੀਤਾ, ਮਰਿਆਦਾ ਦੇ ਨੁਕਤੇ ਤੋਂ ਦੇਖੋ
ਗਿਆਨ ਦੇ ਨੁਕਤੇ ਤੋਂ ਦੇਖੋ, ਕੌਤਕ ਦੇ ਨੁਕਤੇ ਤੋਂ ਦੇਖੋ, ਜਿਹੜੀ ਸਭ ਤਰ੍ਹਾਂ ਦੇ ਵਿਧਾਨਾਂ ਦੇਖੋ, ਗੁਰੂ ਨਾਨਕ ਜੋਤ ਸੰਪੂਰਨ ਹੈ। ਤੇ ਫਿਰ ਆਖਦੇ ਕਿ ਇੰਨੀ ਵੱਡੀ ਸ਼ਖਸੀਅਤ ਪ੍ਰਗਟੀ ਕਿ ਕਿਸੇ ਗੁਰੂ ਅਕਾਲ ਪੁਰਖ ਦਾ ਸੰਪੂਰਨ ਜਲਾਓ। ਸ੍ਰਿਸ਼ਟੀ ਨੂੰ ਜਦੋਂ ਇੱਕ ਰੂਪ ਦੇ ਵਿੱਚ ਨਾ ਮਾਣਿਆ ਗਿਆ ਤਾਂ ਫਿਰ ਉਹੀ ਗੁਰੂ ਨਾਨਕ ਸਰੂਪ ਨੇ ਆਪਣੇ ਪਰਮ ਪ੍ਰਕਾਸ਼ ਦਾ ਪ੍ਰਗਟਾਵਾ ਭੱਟ ਕਲ ਜੀ ਆਖਦੇ ਹਨ, ਅੰਗਦ ਅਮਰ ਕਹਾਇਓ। ਫਿਰ ਅਗਲੇ ਗੁਰੂ ਸਾਹਿਬਾਨਾਂ ਦੇ ਰੂਪ ਵਿੱਚ ਆਪਣੇ ਪਰਮ ਪ੍ਰਕਾਸ਼ ਦਾ ਪ੍ਰਗਟਾਵਾ ਕੀਤਾ ਕਿ ਸਾਰੀ ਕਾਇਨਾਤ ਨੂੰ ਅਕਾਲ ਪੁਰਖ ਦਾ ਗੋਹਜ ਭੇਦ ਸਮਝ ਆ ਜਾਵੇ। ਇਸ ਕਰਕੇ ਭੱਟ ਕਲ ਜੀ ਆਖਦੇ ਨੇ, ਹੇ ਸਤਿਗੁਰੂ ਗੁਰੂ ਨਾਨਕ, ਜੋ ਅਕਾਲ ਪੁਰਖ ਸਰੂਪ ਦੇ ਵਿੱਚ ਧਰਤੀ ਦੀ ਰਚਨਾ ਤੋਂ ਪਹਿਲਾਂ ਆਪ ਜੀ ਵਿਦਮਾਨ ਸੀ, ਅਤੇ ਕਲਯੁਗ ਦੀ ਵੱਡੀ ਵਡਿਆਈ ਹੈ ਕਿ ਇਸ ਕਲਯੁਗ ਦੇ ਵਿੱਚ ਆਪ ਜੀ ਖੁਦ ਸਰੂਪ ਧਾਰਨ ਕਰਕੇ ਪ੍ਰਗਟੇ ਹੋ, ਗੁਰੂ ਨਾਨਕ ਸਰੂਪ ਹੋ ਕੇ ਪ੍ਰਗਟੇ ਹੋ, ਗੁਰੂ ਅੰਗਦ ਰੂਪ ਹੋਏ ਹੋ, ਗੁਰ ਅਮਰ ਰੂਪ ਹੋ ਕੇ ਭਗਤੀ ਦਾ ਵਿਸਥਾਰ ਕੀਤਾ ਹੈ। ਇਸ ਕਰਕੇ ਆਖਦੇ ਸ੍ਰੀ ਗੁਰੂ ਰਾਜ ਅਬਿਚਲ ਅਟਲ ਆਦਿ ਪੁਰਖ ਫਰਮਾਇਓ। ਅਤੇ ਭੱਟ ਕਲ ਜੀ ਆਖਦੇ ਹਨ ਕਿ ਜਿਵੇਂ ਕਿਹਾ ਜਾਂਦਾ ਪਰਮੇਸ਼ਰ ਦਾ ਰਾਜ ਸਦੀਵੀ ਹੈ। ਕਹਿੰਦੇ ਆਦਿ ਪੁਰਖ ਗੁਰੂ ਨਾਨਕ ਸਾਹਿਬ ਜੀ ਜਦੋਂ ਪ੍ਰਗਟੇ ਹਨ ਅਤੇ ਇਹਨਾਂ ਨੇ ਗੁਰੂ ਰੂਪ ਹੋ ਕੇ ਜਿਹੜਾ ਰਾਜ ਸਥਾਪਿਤ ਕੀਤਾ ਅਧਿਆਤਮਿਕਤਾ ਦਾ, ਸ਼ਬਦ ਦਾ, ਗਿਆਨ ਦੇ ਪ੍ਰਕਾਸ਼ ਦਾ। ਕਹਿੰਦੇ ਅਬ ਚੱਲ, ਇਹ ਹੁਣ ਚਲਾਏ ਮਾਨੀ ਸਦਾ ਸਥਿਰ ਰਹਿਣ ਵਾਲਾ ਹੈ। ਅਟਲ, ਜਦੋਂ ਤੱਕ ਅੱਗੇ ਯੁੱਗਾਂ ਦਾ ਸਿਲਸਿਲਾ ਚੱਲੇਗਾ ਉਦੋਂ ਤੱਕ ਅਟਲ ਰਹੇਗਾ। ਭਾਈ ਨੰਦ ਲਾਲ ਜੀ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਮ ਦੇ ਅਰਥ ਕੀਤੇ ਨੇ। ਉਹਦੇ ਵਿੱਚ ਜਿਹੜਾ ਨਾਮ ਦਾ ਕੱਕਾ ਅੱਖਰ ਹੈ, ਕੱਕੇ ਨੂੰ ਫਾਰਸੀ ਵਿੱਚ ਕਾਫ ਆਖਦੇ ਨੇ। ਉਹਨਾਂ ਕਿਹਾ ਕੱਕੇ ਦਾ ਅਰਥ ਹੈ ਕਿ ਕੱਕਾ ਜਿਹੜਾ ਹੈ ਅੰਤਲੇ ਮਹਾਂਪੁਰਖ ਦਾ ਸੂਚਕ ਹੈ। ਕਿ ਧਰਤੀ ਨੂੰ ਜਿਵੇਂ ਇਸਲਾਮ ਦੇ ਵਿੱਚ ਮੰਨਿਆ ਜਾਂਦਾ ਕਿ ਅੱਲਾਹ ਤਾਲਾ ਨੇ ਆਪਣਾ ਨੂਰ ਪ੍ਰਗਟਾਉਣ ਦੇ ਲਈ 1.25 ਲੱਖ ਪੈਗੰਬਰ ਭੇਜੇ, ਅਤੇ ਕਹਿੰਦੇ ਜਿਹੜਾ ਗੁਰੂ ਨਾਨਕ ਸਰੂਪ ਹੈ ਇਹ ਧਰਤੀ 'ਤੇ ਹੋਏ ਅੰਤਲੇ ਪੈਗੰਬਰ ਦਾ ਸੂਚਕ ਹੈ। ਭਾਵ ਕਿ ਗੁਰੂ ਨਾਨਕ ਸਰੂਪ ਜਦੋਂ ਪ੍ਰਗਟੇ ਉਦੋਂ ਧਰਤੀ 'ਤੇ ਅਕਾਲ ਪੁਰਖ ਦੇ ਪ੍ਰਗਟ ਹੋਣ ਦਾ ਸਿਲਸਿਲਾ ਪੂਰਾ ਹੋ ਗਿਆ। ਇਸ ਤੋਂ ਬਾਅਦ ਕੋਈ ਨਹੀਂ, ਕਿਉਂਕਿ ਜਦੋਂ ਜਿਨ੍ਹੇ ਰਚਨਾ ਕੀਤੀ ਹੈ, ਜਦੋਂ ਉਹੀ ਰਚਨਾ ਦੇ ਵਿੱਚ ਆ ਕੇ ਬੈਠ ਗਿਆ, ਕਰਤਾ ਜਿਹੜਾ ਸਾਰੇ ਜਗਤ ਦਾ ਕਰਤਾ ਹੈ, ਜਦੋਂ ਪੁਰਖ ਰੂਪ ਹੋ ਕੇ ਆਪਣੀ ਰਚਨਾ ਦੇ ਵਿੱਚ ਬੈਠ ਗਿਆ, ਫਿਰ ਇਸ ਤੋਂ ਬਾਅਦ ਕੋਈ ਪ੍ਰਮਾਣ ਨਹੀਂ ਰਹਿ ਜਾਂਦਾ। ਇਸ ਕਰਕੇ ਭੱਟ ਕਲ ਜੀ ਆਖਦੇ ਹਨ ਕਿ ਹੇ ਸਤਿਗੁਰੂ ਗੁਰੂ ਨਾਨਕ ਸਰੂਪ, ਸਤਯੁਗ ਦੇ ਵਿੱਚ ਤੁਸੀਂ 52 ਪ੍ਰਗਟ ਸੀ, ਪਰ ਕੇਵਲ ਤੁਹਾਨੂੰ 52 ਅਵਤਾਰ ਕਰਕੇ ਜਾਣੇ। ਹੁਣ ਇਹ ਸਰਬ ਰੂਪਤਾ ਦਾ ਜ਼ਿਕਰ ਕਰਦੇ ਹਨ। ਜੇ ਭਗਤੀ ਦੇ ਨੁਕਤੇ ਤੋਂ ਸਰਬ ਰੂਪਤਾ ਦਾ, ਜਿਵੇਂ ਅਸੀਂ 52 ਬਾਣੀ ਪੜ੍ਹ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਉਹਦੇ ਵਿੱਚ ਸਤਿਗੁਰੂ ਸਾਹਿਬ ਜੀ ਜ਼ਿਕਰ ਕਰਦੇ ਹਨ, ਗੁਰ ਈਸ਼ਵਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ, ਕਿ ਸਾਡੇ ਲਈ ਜਿਹੜਾ ਗੁਰ ਸਰੂਪ ਹੈ, ਜੋ ਗੋਰਖ ਹੈ ਉਹ ਵੀ ਗੁਰ ਸਰੂਪ ਹੈ। ਕਿ ਜਦੋਂ ਗੁਰੂ ਸਾਨੂੰ ਧਿਆਨ ਦੀ ਵਿਧੀ ਸਿਖਾਉਂਦਾ ਹੈ ਉਦੋਂ ਸਾਡੇ ਲਈ ਗੋਰਖ ਰੂਪ ਹੈ। ਜਦੋਂ ਸਾਨੂੰ ਸਾਡੇ ਪਰਮ ਤੱਤ ਦਾ ਗਿਆਨ ਕਰਾਉਂਦਾ ਗੁਰੂ ਈਸ਼ਵਰ ਰੂਪ ਹੈ। ਜਦੋਂ ਸਾਡੀ ਰਚਨਾ ਦਾ ਸਾਨੂੰ ਮਨੋਰਥ ਸਮਝਾਉਂਦਾ ਉਹ ਬ੍ਰਹਮਾ ਰੂਪ ਹੈ। ਇਸ ਕਰਕੇ ਭੱਟ ਕਲ ਜੀ ਨੇ ਇਹ ਬੜਾ ਗਹਿਰ ਨੁਕਤੇ ਦੇ ਵਿੱਚ ਕਿਹਾ ਹੈ ਕਿ ਸਤਿਗੁਰੂ ਗੁਰੂ ਨਾਨਕ ਸਰੂਪ ਜਦੋਂ ਸਾਰੀ ਕਾਇਨਾਤ ਨੂੰ ਪਹਿਲੇ ਯੁੱਗਾਂ ਦੇ ਵਿੱਚ ਤੇਰੇ ਪਰਮ ਰੂਪ ਦੇ ਭੇਦ ਦਾ ਪਤਾ ਨਾ ਲੱਗਾ, ਤਾਂ ਫਿਰ ਕਲਯੁਗ ਦੇ ਵਿੱਚ ਆਪ ਜੀ ਸਤ ਸਰੂਪ ਹੋ ਕੇ ਗੁਰੂ ਨਾਨਕ ਸਰੂਪ ਧਾਰਨ ਕਰਕੇ ਪ੍ਰਮਾਣ ਹੋ ਕੇ ਪ੍ਰਗਟੇ ਹੋ। ਅਤੇ ਆਦਿ ਪੁਰਖ ਨੇ ਜਿਹੜਾ ਬਚਨ ਕਿਹਾ ਸੀ ਕਿ ਸਾਰੀ ਸ੍ਰਿਸ਼ਟੀ ਉਹਦੀ ਮਿਹਰ ਨਾਲ ਚੱਲਦੀ ਹੈ, ਜਦੋਂ ਗੁਰੂ ਨਾਨਕ ਪ੍ਰਗਟੇ ਹਨ ਅਤੇ ਉਹਨਾਂ ਦੇ ਸਥਾਪਿਤ ਅਧਿਆਤਮਿਕ ਰਾਜ ਦੇ ਨਾਲ ਇਹ ਗੱਲ ਪ੍ਰਮਾਣਿਕ ਹੋ ਗਈ ਹੈ। ਗੁਣ ਗਾਵੈ ਰਵਿਦਾਸ ਭਗਤ ਜੈ ਦੇਵ ਤ੍ਰਿਲੋਚਨ। ਹੁਣ ਜਿਹੜੀ ਭਗਤੀ ਲਹਿਰ ਉੱਤਰੀ ਭਾਰਤ ਦੇ ਵਿੱਚ ਚੱਲੀ ਹੈ, ਉਹਦੇ ਸੰਬੰਧ ਦੇ ਵਿੱਚ ਭੱਟ ਕਲ ਜੀ ਆਖਦੇ ਹਨ ਕਿ ਜਿਹੜੇ ਭਗਤ ਸਾਹਿਬਾਨਾਂ ਦੀ ਬਾਣੀ ਗੁਰਬਾਣੀ ਵਿੱਚ ਆਈ ਹੈ, ਇਹਨਾਂ ਭੱਟ ਸਾਹਿਬਾਨਾਂ ਨੇ ਕਿਹਨੂੰ ਗਾਇਆ? ਜ਼ਿਕਰ ਕਰਦੇ ਹਨ, ਗੁਣ ਗਾਵੈ ਰਵਿਦਾਸ ਭਗਤ। ਕਹਿੰਦੇ ਭਗਤ ਰਵਿਦਾਸ ਜੀ ਵਰਗੇ ਮਹਾਂਪੁਰਖ ਭਗਤ ਜਨ ਜਿਹੜੇ ਗਿਆਨ ਦੇ, ਭਗਤੀ ਦੇ, ਆਤਮ ਪ੍ਰਕਾਸ਼ ਦੇ ਸੁਮੇਲ ਸਨ, ਕਹਿੰਦੇ ਉਹ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਗਾਉਂਦੇ ਹਨ। ਕਿਵੇਂ? ਕਿਉਂਕਿ ਗੁਰੂ ਨਾਨਕ ਅਕਾਲ ਪੁਰਖ ਸਰੂਪ ਨੇ ਆਪ ਪ੍ਰਗਟਿਤ ਹੋ ਕੇ ਕਿਹਾ, ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ। ਕਿ ਅਕਾਲ ਪੁਰਖ ਦੀ ਭਗਤੀ ਦੇ ਨਾਲ ਨਿਮਨ ਕੁਲ ਦੇ ਵਿੱਚ ਰਹਿਣ ਵਾਲੇ ਭਗਤ ਰਵਿਦਾਸ ਜੀ ਮਹਾ ਪਵਿੱਤਰ ਹੋ ਗਏ ਹਨ। ਇਸ ਗੱਲ ਦਾ ਭੇਦ ਲੋਕਾਈ ਨਾ ਤਾਂ ਉਜਾਗਰ ਕਰ ਸਕੀ, ਨਾ ਪ੍ਰਵਾਨ ਕਰ ਸਕੀ,
ਪਰ ਜਦੋਂ ਗੁਰੂ ਨਾਨਕ ਅਕਾਲ ਪੁਰਖ ਸਰੂਪ ਜਿਨ੍ਹਾਂ ਨੂੰ ਭਗਤ ਰਵਿਦਾਸ ਜੀ ਨੇ ਗਾਇਆ ਸੀ, ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਗਏ, ਉਹਨਾਂ ਨੇ ਉਹਨਾਂ ਦੀ ਬਾਣੀ ਦੇ ਪ੍ਰਕਾਸ਼ ਦੁਆਰਾ ਉਹਨਾਂ ਦੀ ਏਡੀ ਵੱਡੀ ਵਡਿਆਈ ਪ੍ਰਗਟ ਕੀਤੀ ਕਿ ਅੱਜ ਸਾਰੀ ਕਾਇਨਾਤ ਦੇ ਵਿੱਚ ਭਗਤ ਰਵਿਦਾਸ ਜੀ ਜਾਣੇ ਜਾਂਦੇ ਹਨ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਭਗਤ ਭਗਤ ਜਗ ਵੱਜਿਆ, ਚੌ ਚੱਕਾ ਦੇ ਵਿੱਚ ਚਮਰੇਟਾ। ਜਾਂ ਬਾਣੀ ਵਿੱਚ ਵਾਕ ਆਉਂਦਾ, ਰਵਿਦਾਸ ਢਵੰਤਾ ਢੋਰ ਨੀਤ, ਤਿੰਨ ਤਿਆਗੀ ਮਾਇਆ ਪ੍ਰਗਟ ਹੋਆ, ਸਾਧ ਸੰਗ ਹਰ ਦਰਸ਼ਨ ਪਾਇਆ। ਕਿ ਭਗਤ ਰਵਿਦਾਸ ਜੀ ਦੀ ਬੰਦਗੀ ਸੰਪੂਰਨ ਹੈ। ਸੰਪੂਰਨ ਬੰਦਗੀ ਦੇ ਵਿੱਚ ਜਿਸ ਅਕਾਲ ਪੁਰਖ ਸਰੂਪ ਨੂੰ ਆਰਾਧਿਆ ਹੈ, ਉਹਨੇ ਖੁਦ ਗੁਰੂ ਨਾਨਕ ਸਰੂਪ ਧਾਰਨ ਕਰਕੇ ਉਹਨਾਂ ਦੀ ਬੰਦਗੀ ਦੀ ਵਡਿਆਈ ਪ੍ਰਗਟ ਕੀਤੀ ਹੈ। ਅਤੇ ਭਗਤ ਰਵਿਦਾਸ ਜੀ ਦੇ ਕਹਿਣ ਦਾ ਭਾਵ ਇਹ ਹੈ ਕਿ ਨਿਮਨ ਕੁੱਲਾਂ ਜਿਹੜੀਆਂ ਅੱਜ ਵੀ ਸੰਸਾਰ ਵਿੱਚ ਗਿਣੀਆਂ ਜਾਂਦੀਆਂ ਹਨ, ਇਹਨਾਂ ਦੇ ਅੰਦਰ ਜਦੋਂ ਸ਼ੁੱਧ ਭਗਤੀ, ਸ਼ੁੱਧ ਗਿਆਨ ਪੈਦਾ ਹੋਏਗਾ, ਅਤੇ ਉਸ ਸ਼ੁੱਧ ਗਿਆਨ ਅਤੇ ਨਵਾਜ਼ਿਸ਼ ਨੂੰ ਗੁਰੂ ਘਰ ਹੀ, ਗੁਰੂ ਨਾਨਕ ਦਾ ਦਰ ਕਰ ਹੀ ਉਭਾਰ ਕਰਕੇ ਇਹਨਾਂ ਦੀ ਨਵਾਜ਼ਿਸ਼ ਕਰੇਗਾ। ਇਸ ਕਰਕੇ ਭਗਤ ਭੱਟਕਲ ਜੀ ਆਖਦੇ ਹਨ ਕਿ ਹੇ ਗੁਰੂ ਨਾਨਕ ਦੇਵ ਸਾਹਿਬ ਜੀ, ਰਵਿਦਾਸ ਭਗਤ ਸਾਹਿਬ ਜੀ ਵੀ ਆਪ ਜੀ ਨੂੰ ਹੀ ਗਾਉਂਦੇ ਹਨ, ਜੈ ਦੇਵ ਤਿਰਲੋਚਨ। ਜੇ ਜੈ ਭਗਤ ਜੈ ਦੇਵ ਜੀ ਸ਼ੁੱਧ ਬ੍ਰਾਹਮਣ ਸਨ, ਔਰ ਬੜੇ ਗਿਆਨ ਪ੍ਰਬੀਨ ਪੰਡਿਤ ਸਨ। ਬਾਣੀ ਦੇ ਵਿੱਚ ਉਹਨਾਂ ਦੇ ਵਾਕ ਆਉਂਦੇ ਹਨ, ਬਦਤ ਜੈ ਦੇਵ ਕਉ ਰਮਿਆ, ਬ੍ਰਹਮ ਨਿਰਵਾਣ ਲਿਵ ਲੀਨ ਪਾਇਆ। ਕਹਿੰਦੇ ਭਗਤ ਜੈ ਦੇਵ ਜੀ, ਜਿਵੇਂ ਬਾਣੀ ਵਿੱਚ ਵਾਕ ਆਉਂਦਾ, ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ। ਤਾਂ ਭੱਟਕਲ ਜੀ ਆਖਦੇ ਹਨ ਕਿ ਭਗਤ ਜੈ ਦੇਵ ਜੀ ਵਰਗਿਆਂ ਜਿਨ੍ਹਾਂ ਨੇ ਬ੍ਰਹਮ ਦਾ ਸ਼ੁੱਧ ਅਭਿਆਸ ਕਰਕੇ ਸੰਪੂਰਨ ਬ੍ਰਾਹਮਣ ਹੋਏ, ਭਗਤ ਰਾਮਾਨੰਦ ਜੀ ਵਰਗੇ, ਭਗਤ ਜੈ ਦੇਵ ਜੀ ਵਰਗੇ ਅਤੇ ਭਗਤ ਲੋਚਨ ਜੀ ਵਰਗੇ, ਕਹਿੰਦੇ ਉਹਨਾਂ ਦੇ ਬਾਣੀ ਪ੍ਰਕਾਸ਼ ਨੂੰ ਨਿਵਾਜਿਸ਼ ਕਰਕੇ ਉਹ ਵੀ ਗੁਰੂ ਨਾਨਕ ਦੇਵ ਸਰੂਪ ਨੂੰ ਹੀ ਗਾਉਂਦੇ ਹਨ। ਨਾਮਾ ਭਗਤ ਕਬੀਰ ਸਦਾ ਗਾਵਹਿ ਸਮਲੋਚਨ। ਤਾਂ ਕਹਿੰਦੇ ਭਗਤ ਕਬੀਰ ਸਾਹਿਬ ਜੀ, ਭਗਤ ਨਾਮਦੇਵ ਜੀ ਜਿਹੜੇ ਪਰਮ ਭਗਤ ਹੋਏ ਹਨ, ਕਹਿੰਦੇ ਗਾਵੇ ਸਮਲੋਚਨ। ਅਤੇ ਉਹ ਸਮਦ੍ਰਿਸ਼ਟ ਹੋ ਕੇ, ਭਾਵ ਕਿ ਭਗਤ ਕਬੀਰ ਸਾਹਿਬ ਜੀ ਜਿਸ ਪਰਮੇਸ਼ਰ ਦੀ ਕਲਪਨਾ ਕਰਕੇ ਆਖਦੇ ਹਨ ਕਿ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਕਹਿੰਦੇ ਉਸ ਨੂਰ ਦਾ ਪਰਮ ਪ੍ਰਕਾਸ਼ ਗੁਰੂ ਨਾਨਕ ਦੇਵ ਸਾਹਿਬ ਜੀ ਆਪ ਜੀ ਹੀ ਹੋ। ਅਤੇ ਭਗਤ ਨਾਮਦੇਵ ਜੀ ਨੂੰ ਜਿਹੜੀ ਨਵਾਜ਼ਿਸ਼ ਮਿਲਦੀ ਹੈ, ਫੇਰ ਦੀਆ ਦੇਹੁਰਾ ਨਾਮੇ ਕੋ ਪੰਡੀਅਨ ਕੋ ਪਿਛਵਾਰਲਾ। ਕਹਿੰਦੇ ਭਗਤ ਨਾਮਦੇਵ ਜੀ ਦੀ ਭਗਤੀ ਦੀ ਭਰੀ ਹੋਈ ਤਾਂਘ ਨੂੰ ਸੁਣ ਕੇ ਆਪਣੀ ਕਿਰਪਾ ਦਾ ਪ੍ਰਗਟਿਤ ਸਰੂਪ ਕਰਨ ਵਾਲੇ ਅਕਾਲ ਪੁਰਖ ਗੁਰੂ ਨਾਨਕ ਸਰੂਪ ਆਪ ਹੀ ਹੋ। ਇਸ ਕਰਕੇ ਕਹਿੰਦੇ ਜਿਹੜੇ ਭਗਤ ਨਾਮਦੇਵ ਜੀ ਨੇ ਅਤੇ ਭਗਤ ਕਬੀਰ ਸਾਹਿਬ ਜੀ ਨੇ ਜਿਸ ਗੁਣ ਸਰੂਪ ਅਕਾਲ ਪੁਰਖ ਦਾ, ਪਰਮੇਸ਼ਰ ਦਾ ਗਾਇਨ ਕੀਤਾ ਹੈ, ਸਤਿਗੁਰੂ ਗੁਰੂ ਨਾਨਕ ਸਰੂਪ ਹੋਏ। ਬੜੀਆਂ ਬਾਰੀਕ ਰਮਜ਼ਾਂ ਨੇ। ਦੇਖੋ ਗੁਰੂ ਨਾਨਕ ਸਾਹਿਬ ਜੀ ਤੋਂ ਕਈ ਸਮਾਂ ਪਹਿਲਾਂ ਜਿਹੜੇ ਭਗਤ ਸਾਹਿਬਾਨ ਹੋ ਗਏ, ਹੁਣ ਕੁਦਰਤੀ ਕਹੇਗਾ ਜੀ ਉਹ ਪਹਿਲਾਂ ਹੋ ਗਏ ਅਤੇ ਉਹਨਾਂ ਦੀ ਵਡਿਆਈ, ਉਹ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਕਿਵੇਂ ਗਾ ਲਿਆ ਜਿਹੜੇ ਪਹਿਲਾਂ ਹੋ ਗਏ ਨੇ। ਉਦੋਂ ਤਾਂ ਗੁਰੂ ਨਾਨਕ ਸਰੂਪ ਪ੍ਰਗਟੇ ਨਹੀਂ, ਫਿਰ ਉਹਨਾਂ ਨੇ ਗੁਰੂ ਨਾਨਕ ਸਰੂਪ ਨੂੰ ਕਿਵੇਂ ਗਾ ਲਿਆ। ਤਾਂ ਭੱਟਕਲ ਜੀ ਨੇ ਇੱਕ ਦ੍ਰਿਸ਼ਟੀ ਬਖਸ਼ਿਸ਼ ਕੀਤੀ ਹੈ ਕਿ ਗੁਰੂ ਨਾਨਕ ਸਰੂਪ ਪਹਿਲਾਂ ਨਿਰਗੁਣ ਕਰਕੇ ਵਿਆਪਕ ਸੀ, ਅਤੇ ਜਦੋਂ ਭਗਤ ਕਬੀਰ ਸਾਹਿਬ ਜੀ ਨੂੰ ਬੰਦਗੀ ਦਾ ਸਿਖਰਲਾ ਅਨੁਭਵ ਮਿਲਿਆ ਕਿ ਹਰੇਕ ਜਰਰੇ ਵਿੱਚ ਉਹਨਾਂ ਨੂੰ ਮਾਲਕ ਦਾ ਨੂਰ ਨਜ਼ਰ ਆਇਆ, ਜਦੋਂ ਭਗਤ ਨਾਮਦੇਵ ਜੀ ਤੋਂ ਦੇਹਰਾ ਫਿਰਿਆ ਨਜ਼ਰ ਆਇਆ, ਅਤੇ ਜਿਸ ਨੂਰ ਨੂੰ ਉਹ ਆਰਾਧਦੇ ਸਨ, ਜਦੋਂ ਉਹ ਨੂਰ ਨਿਰਗੁਣ ਤੋਂ ਸਰਗੁਣ ਹੋ ਕੇ ਕਲਯੁਗ ਵਿੱਚ ਪ੍ਰਗਟ ਹੋਇਆ, ਅਤੇ ਫਿਰ ਆਪਣੇ ਸਰੂਪ ਦੀ ਨਵਾਜ਼ਿਸ਼ ਕਰਨ ਲਈ ਗੁਰੂ ਨਾਨਕ ਆਪਣੇ ਮੁਬਾਰਕ ਕਦਮਾਂ ਦੇ ਨਾਲ ਖੁਦ ਉੱਥੇ ਚੱਲ ਕੇ ਗਏ। ਇਸ ਕਰਕੇ ਜਦੋਂ ਗੁਰੂ ਭਗਤ ਸਾਹਿਬਾਨਾਂ ਵੇਲੇ ਗੁਰੂ ਨਾਨਕ ਸਾਹਿਬ ਨਹੀਂ ਸਨ, ਪਰ ਜਿਹੜਾ ਉਹਨਾਂ ਦੇ ਧਿਆਨ ਵਿੱਚ ਪਰਮੇਸ਼ਰ ਦਾ ਨਿਰਗੁਣ ਸਰੂਪ ਸੀ, ਭੱਟਕਲ ਜੀ ਆਖਦੇ ਨੇ ਉਹ ਗੁਰੂ ਨਾਨਕ ਦੇਵ ਸਾਹਿਬ ਜੀ ਹਨ। ਅਤੇ ਅੱਗੇ ਆਖਦੇ ਹਨ, ਭਗਤ ਬੇਣ ਗੁਣ ਰਵੈ ਸਹਿਜ ਆਤਮ ਰੰਗ ਮਾਣੈ। ਅਤੇ ਭਗਤ ਬੇਣੀ ਜੀ ਵਰਗੇ ਜਿਹੜੇ ਸਹਿਜ ਜੀਵਨ ਵਾਲੇ ਹੋਏ ਹਨ, ਆਤਮ ਰੰਗ ਮਾਣਦੇ ਹਨ, ਅਤੇ ਉਹ ਆਤਮ ਰੰਗ ਵੀ ਗੁਰੂ ਨਾਨਕ ਸਰੂਪ ਤੋਂ ਝਰਦਾ ਹੈ। ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨਾ ਜਾਣੈ। ਅਤੇ ਜਿਹੜੇ ਜੋਗੀ ਲੋਕ ਧਿਆਨ ਦੀ ਉੱਚਤਾ ਵਿੱਚ ਜਾਂਦੇ ਹਨ, ਉਹਨਾਂ ਨੂੰ ਵੀ ਆਪਣੇ ਗੁਰ ਸਰੂਪ ਦੁਆਰਾ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਗਿਆਨ ਪ੍ਰਗਟ ਕੀਤਾ। ਇਸ ਕਰਕੇ ਤੁਹਾਡੇ ਬਿਨਾਂ ਵੀ ਕੋਈ ਹੋਰ ਨਹੀਂ ਜਾਣਦੇ ਹਨ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜੋਗੀਆਂ ਨੂੰ ਨਵਾਜ਼ਿਸ਼ ਕੀਤੀ ਸੀ। ਜੋਗ ਨਾ ਖਿੰਥਾ ਮੂੰਡ ਮੁੰਡਾਈਐ, ਜੋਗ ਨਾ ਸਿੰਘੀ ਵਾਈਐ ਵਾਜੇ ਬਾਜੋਂ। ਇਸ ਕਰਕੇ ਉਹਨਾਂ ਦੀ ਦ੍ਰਿਸ਼ਟੀ ਬਖਸ਼ਿਸ਼ ਕੀਤੀ ਸੀ ਕਿ ਗੱਲੀ ਜੋਗ ਨਾ ਹੋਈ, ਕਿ ਜਿਹੜਾ ਕੇਵਲ ਤੁਸੀਂ ਜੋਗ ਦੀ ਮੁਦਰਾ ਧਾਰਨ ਕਰ ਲਈ ਹੈ,
ਇਹਦੇ ਨਾਲ ਜੋਗ ਨਹੀਂ ਹੋਣਾ। ਕਹਿੰਦੇ ਇਸ ਕਰਕੇ ਗੁਰੂ ਨਾਨਕ ਨੇ ਜੋਗ ਨੂੰ ਵੀ ਨਿਵਾਜਿਸ਼ ਕੀਤੀ। ਇਸ ਕਰਕੇ ਜੋਗ ਮਤ ਵੀ ਸਾਰਾ ਉਹਨਾਂ ਦੇ ਗੁਣਾਂ ਦਾ ਗਾਇਨ ਕਰਦਾ ਹੈ। ਸੁਖ ਦਿਓ ਪ੍ਰੀਖਿਤ ਗੁਣ ਰਵੈ, ਗੋਤਮ ਰਿਖ ਜਸ ਗਾਇਓ। ਤਾਂ ਅੱਗੇ ਜ਼ਿਕਰ ਕਰਦੇ ਨੇ ਸੁਖਦੇਵ। ਸੁਖਦੇਵ ਇੱਕ ਐਸਾ ਰਿਸ਼ੀ ਹੋਇਆ, ਕਹਿੰਦੇ ਜਿਹਨੂੰ ਜਨਮ ਸਮੇਂ ਹੀ ਪਰਮ ਗਿਆਨ ਸੀ। ਬੜੀ ਲੰਬੀ ਕਥਾ ਹੈ ਉਹਦੀ, ਜਿਹੜਾ ਜ਼ਿਕਰ ਦੇ ਵਿੱਚ ਆਪ ਜੀ ਨੇ ਸ਼ਰਵਣ ਕੀਤਾ ਹੋਏਗਾ ਕਿ ਕਹਿੰਦੇ ਸੁਖਦੇਵ ਰਿਸ਼ੀ ਜਿਹੜਾ ਜਨਮ ਤੋਂ ਹੀ ਬੜਾ ਗਿਆਨਵਾਨ ਸੀ। ਪਰੀਸ਼ਤ ਜਿਹੜਾ ਅਭਿਮਨੂ ਦਾ ਪੁੱਤਰ ਅਤੇ ਅਰਜਨ ਦਾ ਪੋਤਰਾ ਸੀ। ਕਹਿੰਦੇ ਪ੍ਰੀਖਿਤ ਰਾਜਾ ਜਿਹੜਾ ਸੀ ਤਚਕ ਨਾਗ ਦੇ ਡੰਗ ਨਾਲ ਮਰਿਆ ਸੀ। ਕਹਿੰਦੇ ਇਹ ਵੀ ਸਾਰੇ ਜਿਹੜੇ ਹਨ ਪਰਮੇਸ਼ਰ ਦੇ ਗੁਣ ਗਾਉਂਦੇ ਹਨ, ਭਾਵ ਕਿ ਜਨਮ ਜਾਤ ਤੋਂ ਜਿਨ੍ਹਾਂ ਅੰਦਰ ਗਿਆਨ ਪੈਦਾ ਹੁੰਦਾ ਹੈ ਅਤੇ ਜਿਹੜੇ ਬੜਾ ਦਾਨ ਦਾ ਵਿਸਥਾਰ ਕਰਕੇ ਆਪਣੇ ਆਪ ਨੂੰ ਸ਼੍ਰੇਸ਼ਟ ਯੁੱਗਾਂ ਵਾਲੇ ਅਖਵਾਉਂਦੇ ਹਨ। ਭੱਟ ਕਲ ਜੀ ਆਖਦੇ ਨੇ ਉਹ ਵੀ ਗੁਰੂ ਨਾਨਕ ਸਰੂਪ ਦੇ ਗੁਣਾਂ ਨੂੰ ਰਵ ਰਹੇ ਹਨ। ਗੋਤਮ ਰਿਖ ਜਸ ਗਾਇਓ, ਅਤੇ ਗੋਤਮ ਰਿਖੀ ਜਿਹੜਾ ਨਿਆਏ ਸ਼ਾਸਤਰ ਦਾ ਕਰਤਾ ਹੈ ਉਹ ਵੀ ਸਤਿਗੁਰੂ ਗੁਰੂ ਨਾਨਕ ਸਰੂਪ ਨੂੰ ਗਾਉਂਦਾ। ਕਬ ਕਲ ਸੁਜਸ ਨਾਨਕ ਗੁਰ, ਨਿਤ ਨਵ ਤਨ ਜਗ ਛਾਇਓ। ਤਾਂ ਭੱਟ ਕਲ ਜੀ ਆਖਦੇ ਹਨ ਕਿ ਹੇ ਸਤਿਗੁਰੂ ਗੁਰੂ ਨਾਨਕ ਸਰੂਪ, ਤੁਹਾਡੇ ਸ਼੍ਰੇਸ਼ਟ ਜਸ ਦਾ ਕਥਨ ਉਚਾਰਨ ਕਰਦਾ ਹਾਂ। ਨਿਤ ਨਵ ਤਨ ਜਗ ਛਾਇਓ, ਰੋਜ਼ਾਨਾ ਨਵੇਂ ਸਰੂਪ ਹੋ ਕੇ ਤੁਸੀਂ ਜਗਤ ਵਿੱਚ ਆਪਣੇ ਸਰੂਪ ਦਾ ਪ੍ਰਗਟਾ ਕਰ ਰਹੇ ਹੋ। ਅਤੇ ਜਿਹਨੂੰ ਤੁਹਾਡੇ ਨੂਰ ਦਾ ਜਿਸ ਰੂਪ ਵਿੱਚ ਜਿਹੜਾ ਦੀਦਾਰ ਹੁੰਦਾ ਹੈ ਉਵੇਂ ਉਹਨੂੰ ਨਿਵਾਜਿਸ਼ ਕਰਕੇ ਉਹਨੂੰ ਗੁਣਾਂ ਦਾ, ਭਗਤੀ ਦਾ ਸ਼੍ਰੇਸ਼ਟ ਮਾਰਗ ਆਪ ਜੀ ਦਿਖਾਲ ਦਿਓ। ਭੱਟ ਕਲ ਜੀ ਨੇ ਬੜੀ ਕਮਾਲ ਦੀ ਗੱਲ ਕਹੀ ਹੈ, ਨਿਤ ਨਵ ਤਨ ਜਗ ਛਾਇਓ, ਕਿ ਗੁਰੂ ਨਾਨਕ ਸਰੂਪ ਦੇ ਅੰਦਰ ਅਥਾਹ ਗੁਣਾਂ ਦਾ ਪ੍ਰਕਾਸ਼ ਹੈ। ਅਤੇ ਜਿਤਨਾ ਗੁਰੂ ਨਾਨਕ ਸਰਗੁਣ ਰੂਪ ਦੇ ਵਿੱਚ ਹੋਇਆ ਉਹਨੂੰ ਫਿਰ ਗੁਰੂ ਸਾਹਿਬ ਜੀ ਨੇ ਅੱਗੇ ਜੋਤ ਰੂਪ ਦੇ ਵਿੱਚ ਪਲਟ ਕੇ ਗੁਰੂ ਅੰਗਦ ਰੂਪ ਦੇ ਵਿੱਚ ਕਰ ਦਿੱਤਾ। ਕਿ ਗੁਰੂ ਅੰਗਦ ਦੇਵ ਸਾਹਿਬ ਜੀ ਜਦੋਂ ਗੁਰਿਆਈ 'ਤੇ ਆਸੀਨ ਹੋਏ ਅਤੇ ਗੁਰੂ ਨਾਨਕ ਨੇ ਸਾਰੀ ਧਰਤੀ ਦਾ ਭ੍ਰਮਣ ਕੀਤਾ ਹੈ, ਪਰ ਗੁਰੂ ਅੰਗਦ ਦੇਵ ਸਾਹਿਬ ਜੀ ਇੱਕ ਜਗ੍ਹਾ ਬੈਠ ਜਾਂਦੇ ਹਨ, ਭਾਵ ਕਿ ਅਜਰਨ ਨੂੰ ਜਰਨ ਵਾਲੀ ਗੱਲ ਸੰਸਾਰ ਨੂੰ ਸਿਖਾਉਂਦੇ ਹਨ। ਇਸ ਕਰਕੇ ਕਹਿੰਦੇ ਨਿਤ ਨਵ ਤਨ ਜਗ ਛਾਇਓ। ਇਸ ਕਰਕੇ ਸਾਡੇ ਬੜੇ ਸਿਖਰਲੇ ਵਿਦਵਾਨਾਂ ਨੇ ਇੱਕ ਜਿਹੜੀ ਹੈ ਸਿਲਸਿਲਾ ਬਣਾਇਆ ਕਿ ਗੁਰੂ ਨਾਨਕ ਪਰਮ ਗਿਆਨ ਬ੍ਰਹਮ ਸਰੂਪ ਪ੍ਰਕਾਸ਼ਕ, ਉਹਦਾ ਹੁਕਮ ਰੂਪ ਪ੍ਰਵਰਤਕ ਗੁਰੂ ਅੰਗਦ ਦੇਵ ਸਾਹਿਬ, ਉਹਦੀ ਸੇਵਾ ਦੀ ਸਿਖਰਤਾ ਗੁਰੂ ਅਮਰਦਾਸ, ਅਤੇ ਉਹਦਾ ਸਾਰਾ ਪਰਮ ਪ੍ਰਕਾਸ਼ ਮਾਣ ਕੇ ਨਿਮਰਤਾ ਦਾ ਮੁੱਢ ਗੁਰੂ ਰਾਮਦਾਸ, ਅਤੇ ਉਸ ਸਾਰੇ ਪੰਚਾਂ ਨੂੰ ਸਮਾ ਕੇ ਸਹਿਜ ਯੋਗ ਦੇ ਪ੍ਰਕਾਸ਼ਕ ਗੁਰੂ ਅਰਜਨ ਦੇਵ ਸਾਹਿਬ। ਇਸ ਕਰਕੇ ਭੱਟ ਕਲ ਜੀ ਆਖਦੇ ਨੇ, ਹੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ, ਸਾਰੀ ਸ੍ਰਿਸ਼ਟੀ ਦੇ ਉੱਪਰ ਨਵੇਂ ਰੂਪ ਦੇ ਵਿੱਚ ਨਵੀਂ ਕਲਾ ਦੇ ਨਾਲ ਤੁਹਾਡਾ ਵਿਸਤਾਰ ਸਾਰੀ ਕਾਇਨਾਤ ਦੇ ਉੱਪਰ ਛਾਇਆ ਹੋਇਆ ਹੈ। ਗੁਣ ਗਾਵਹਿ ਪਾਇਆਲ, ਭਗਤ ਨਾਗਾਦ ਭਯੰਗਮ। ਤਾਂ ਹੁਣ ਭੱਟ ਕਲ ਜੀ ਆਖਦੇ ਹਨ ਕਿ ਕੇਵਲ ਇੱਥੋਂ ਤੱਕ ਨਹੀਂ, ਪਾਤਾਲ ਲੋਕ ਦੇ ਵਿੱਚ ਜਿਹੜੇ ਭਗਤ ਹਨ, ਜਿਹੜੇ ਨਾਗ ਰੂਪ ਹੋ ਕੇ, ਜਿਵੇਂ ਜਿਹੜੇ ਸ਼ੇਸ਼ ਨਾਗ ਹਨ ਉਹਨਾਂ ਦੇ 1000 ਨਾਗਾਂ ਦੀ ਜਾਤੀ ਮੰਨੀ ਜਾਂਦੀ ਹੈ। ਕਹਿੰਦੇ ਜਿਹੜੇ ਧਰਤੀ ਦੇ ਮੱਧ ਵਿੱਚ, ਭਾਵ ਕਿ ਪਤਾਲ ਤੋਂ ਹੇਠ ਹਨ, ਸਾਰੇ ਨਾਗਾਦ ਆਦਿਕ ਰਿਸ਼ੀ ਜਿਹੜੇ ਹਨ ਸ਼ੇਸ਼ ਨਾਗ ਵਰਗੇ, ਉਹ ਗੁਰੂ ਨਾਨਕ ਸਰੂਪ ਦੇ ਗੁਣਾਂ ਦਾ ਗਾਇਨ ਕਰਦੇ ਹਨ। ਮਹਾਦੇਵ ਗੁਣ ਰਵੈ ਸਦਾ ਜੋਗੀ ਜਤ ਜੰਗਮ, ਅਤੇ ਮਹਾਦੇਵ ਸ਼ਿਵ ਜੀ ਵਰਗੇ ਵੈਰਾਗੀ। ਕਿਉਂਕਿ ਜਦੋਂ ਗੁਰੂ ਨਾਨਕ ਵੈਰਾਗ ਸਰੂਪ ਦੀ ਕਲਪਨਾ ਕੀਤੀ ਜਾਂਦੀ ਹੈ ਅਤੇ ਗੁਰੂ ਨਾਨਕ ਸਰੂਪ ਨੇ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਸਭ ਤੋਂ ਵਿਰਕਤਤਾ ਧਾਰਨ ਕੀਤੀ ਸੀ, ਮਹਾ ਨਿਰਲੇਪਤਾ ਧਾਰਨ ਕੀਤੀ ਸੀ। ਕਹਿੰਦੇ ਜਿਹੜੇ ਪ੍ਰਤੱਖ ਪ੍ਰਮਾਣ ਸ਼ਿਵ ਦੇ ਰੂਪ ਵਿੱਚ ਸਾਨੂੰ ਉਹਦੇ ਪ੍ਰਤੀਕਾਂ ਦੁਆਰਾ ਮਿਲਦੇ ਨੇ, ਕਿ ਸ਼ਿਵ ਨੇ ਗਲੇ ਦੇ ਵਿੱਚ ਸੱਪ ਪਾਇਆ, ਉਹਦਾ ਪ੍ਰਤੀਕ ਹੈ ਕਿ ਉਹ ਮੌਤ ਨੂੰ ਅੰਗ ਸੰਗ ਜਾਣਦਾ ਹੈ। ਕਹਿੰਦੇ ਗੁਰੂ ਨਾਨਕ ਨੇ ਆਤਮ ਗਿਆਨ ਦੀ ਸੰਜੋਅ ਪਹਿਨੀ ਹੋਈ ਸੀ, ਇਸ ਕਰਕੇ ਮ੍ਰਿਤੂ ਦਾ ਭੈ ਗੁਰੂ ਨਾਨਕ ਦੇ ਨਿਕਟ ਵੀ ਨਹੀਂ ਹੈ। ਇਸ ਕਰਕੇ ਮਹਾਦੇਵ ਸ਼ਿਵ ਵਰਗੇ ਵੈਰਾਗੀ ਵੀ ਗੁਰੂ ਨਾਨਕ ਸਰੂਪ ਨੂੰ ਧਿਆਉਂਦੇ ਹਨ। ਸਦਾ ਜੋਗੀ ਜਤ ਜੰਗਮ, ਅਤੇ ਜੋਗੀਆਂ ਦੀ ਸਾਰੀ ਸ਼੍ਰੇਣੀ ਜਿਹੜੇ 6 ਪ੍ਰਮੁੱਖ ਜਤੀ ਮੰਨੇ ਜਾਂਦੇ ਹਨ, ਅਤੇ ਜਤੀ ਜਿਹੜੇ 6 ਪ੍ਰਮੁੱਖ ਜਤੀ ਮੰਨੇ ਜਾਂਦੇ ਹਨ, ਜਿਨ੍ਹਾਂ ਵਿੱਚ ਲਛਮਣ ਜਤੀ, ਭੈਰੋ ਜਤੀ, ਦੱਤ ਜਤੀ ਆਉਂਦੇ ਹਨ। ਇਹ ਕੇਵਲ ਆਪੋ ਆਪਣੇ ਜੀਵਨ ਦਾ ਜਤ ਧਾਰਨ ਕਰ ਸਕੇ, ਕਿ ਆਪਣੇ ਆਪਣੇ ਜੀਵਨ ਦਾ ਸੰਜਮ ਬਣਾ ਸਕੇ। ਪਰ ਕਹਿੰਦੇ ਗੁਰੂ ਨਾਨਕ ਜਤੀ ਸਰੂਪ ਦਾ ਕਿਰਪਾ ਕਰਨ ਵਾਲਾ ਹੈ। ਹੁਣ ਜਤੀ ਸਰੂਪ ਦੀ ਕਿਰਪਾ ਕਰਨ ਦਾ ਭਾਵ ਕੀ ਹੈ? ਕਿ ਸਾਰੇ ਸੰਸਾਰ ਦੀ ਜਿਹੜੀ ਪੱਤ ਬਚ ਜਾਵੇ,
ਹੁਣ ਜਿਵੇਂ ਇਹਨੂੰ ਸਰਲ ਸ਼ਬਦਾਂ 'ਚ ਕਹਿਣਾ ਹੋਵੇ, ਪੱਤ ਦਾ ਭਾਵ ਜਿਵੇਂ ਅਸੀਂ ਸਮਝਦੇ ਹਾਂ ਇੱਜ਼ਤ ਨਹੀਂ ਹੁੰਦਾ। ਪੱਤ ਦਾ ਭਾਵ ਹੈ ਕਿ ਜਦੋਂ ਅਸੀਂ ਜਨਮ ਲੈਂਦੇ ਹਾਂ ਉਦੋਂ ਸਾਡਾ ਸਾਰਾ ਅੰਦਰੂਨ ਬੜਾ ਪਵਿੱਤਰ ਕਿਸਮ ਦਾ ਹੁੰਦਾ ਹੈ, ਸਾਡੀ ਬੁੱਧੀ, ਸਾਡਾ ਮਨ, ਸਾਡੀ ਯਾਦਾਸ਼ਤ। ਪਰ ਜਿਉਂ-ਜਿਉਂ ਜੀਵਨ ਦੇ ਪ੍ਰਵਾਹ ਵਿੱਚ ਅੱਗੇ ਚੱਲਦੇ ਹਾਂ ਵਿਕਾਰਾਂ ਦੀ ਮੈਲ ਲੱਗਦੀ ਜਾਂਦੀ ਹੈ। ਤਾਂ ਕਹਿੰਦੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਮਾਇਆ ਦੀ ਅਗਿਆਨਤਾ ਪ੍ਰਪੰਚ ਤੋਂ ਸਾਰੇ ਸੰਸਾਰ ਦੀ ਪੱਤ ਦੀ ਰੱਖਿਆ ਕਰਨੀ ਸੀ, ਅਤੇ ਗੁਰੂ ਨਾਨਕ ਨੇ ਸ਼ਬਦ ਦਾ ਉਪਦੇਸ਼ ਦੇ ਦਿੱਤਾ। ਫਿਰ ਗੁਰੂ ਨਾਨਕ ਕੇਵਲ ਐਸੇ ਜਤੀ ਰੂਪ ਨਹੀਂ ਹੋਏ ਜਿਨ੍ਹਾਂ ਨੇ ਕੇਵਲ ਆਪਣੇ ਜੀਵਨ ਦੀ ਸੰਭਾਲ ਕੀਤੀ, ਉਹਨਾਂ ਦੀ ਗਿਆਨ ਦ੍ਰਿਸ਼ਟੀ ਦੇ ਨਾਲ ਜਿਹੜੀਆਂ ਰਾਜੇ ਸ਼ਿਵਨਾਭ ਦੀਆਂ ਭੇਜੀਆਂ ਹੋਈ ਇਸਤਰੀਆਂ, ਉਹਨਾਂ ਦੇ ਮਨ ਅੰਦਰ ਵੀ ਪਵਿੱਤਰਤਾ ਦਾ ਪ੍ਰਕਾਸ਼ ਹੋ ਗਿਆ। ਜੰਗਮ ਕਹਿੰਦੇ ਜਿਹੜੇ ਸਾਰੇ ਗੁਰਗੀਤ ਆਦਿ ਗਾਉਂਦੇ ਹਨ, ਕਹਿੰਦੇ ਇਹ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਆਪ ਦੇ ਸਰੂਪ ਦਾ ਹੀ ਧਿਆਨ ਧਰਦੇ ਹਨ। ਗੁਣ ਗਾਵੈ ਮੁਨ ਬਿਆਸ ਜਿਨ ਵੇਦ ਵਿਆਕਰਨ ਵਿਚਾਰਿਆ। ਤਾਂ ਭੱਟ ਕਲ ਜੀ ਅੱਗੇ ਉਚਾਰਨ ਕਰਦੇ ਹਨ, ਗੁਣ ਗਾਵੈ ਮੁਨ ਬਿਆਸ, ਕਿ ਬਿਆਸ ਰਿਸ਼ੀ ਨੇ ਅੱਗੇ ਵੇਦਾਂ ਦੇ ਭਾਵ ਰਚੇ ਸਨ, ਵੇਦਾਂ ਦਾ ਪ੍ਰਕਾਸ਼ ਕੀਤਾ ਸੀ। ਰਚਨਾ ਕਰਕੇ ਕਹਿਣ ਲੱਗੇ ਉਸ ਵੇਦਾਂ ਦੇ ਸਰੂਪ ਵਿੱਚ ਜਿਸ ਗਿਆਨ ਸਰੂਪ ਦਾ ਪ੍ਰਗਟਾਵਾ ਵਿਆਸ ਰਿਸ਼ੀ ਜੀ ਨੇ ਕੀਤਾ ਹੈ, ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਉਹ ਵੀ ਤੁਹਾਡੇ ਸਰੂਪ ਦਾ ਪ੍ਰਗਟਾਵਾ ਹੈ, ਕਿਉਂਕਿ ਉਹਨੇ ਬੁੱਝਣ ਦਾ ਯਤਨ ਕੀਤਾ ਸੀ। ਇਸ ਕਰਕੇ ਭੱਟ ਕਲ ਜੀ ਆਖਦੇ ਹਨ ਕਿ ਬਿਆਸ ਰਿਸ਼ੀ ਵੀ ਆਪ ਦੇ ਗੁਣਾਂ ਦਾ ਉਚਾਰਨ ਕੀਤਾ ਹੈ, ਜਿਨ੍ਹੇ ਪਹਿਲਾਂ ਵੇਦ ਰਚ ਕੇ ਵੇਦਾਂ ਦੇ ਵਿਆਕਰਣ ਦੀ ਵਿਚਾਰ ਕੀਤੀ ਹੈ। ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸ੍ਰਿਸ਼ਟ ਸਵਾਰਿਯ। ਤੇ ਇੱਥੇ ਬ੍ਰਹਮਾ ਦਾ ਭਾਵ ਇਕੱਲਾ ਬ੍ਰਹਮਾ ਰਿਸ਼ੀ ਨਹੀਂ ਹੈ, ਬ੍ਰਹਮਾ ਦਾ ਭਾਵ ਕਿ ਸਾਰੇ ਜਗਤ ਦੀ ਰਚਨਾ ਕਰਨ ਵਾਲੀ ਜਿਹੜੀ ਸਪਿਰਿਟ ਬ੍ਰਹਿਮੰਡ ਦੇ ਅੰਦਰ ਚੱਲ ਰਹੀ ਹੈ। ਕਹਿੰਦੇ ਗੁਣ ਉਚਰੈ, ਉਹ ਸਾਰੀ ਜਿਹੜੀ ਬ੍ਰਹਮ ਸਰੂਪ ਸਪਿਰਿਟ ਹੈ ਉਹ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਗੁਣਾਂ ਦਾ ਗਾਇਨ ਕਰਦੀ ਹੈ। ਸਭ ਸ੍ਰਿਸ਼ਟ ਸਵਾਰਿਯ। ਹੁਣ ਇੱਥੇ ਜਾ ਕੇ ਗੁਰੂ ਦੀ ਸ਼ਖਸੀਅਤ ਦਾ ਇੱਕ ਪਰਮ ਭੇਦ ਖੁੱਲ੍ਹਦਾ ਹੈ। ਬੜੀ ਦਫਾ ਅਰਜ਼ ਕੀਤਾ, ਪਰ ਸ਼ਾਇਦ ਕਿਸੇ ਦੇ ਸਮਝ ਪਿਆ ਹੋਵੇ ਕਿ ਸਤਿਗੁਰੂ ਗੁਰੂ ਨਾਨਕ ਸਰੂਪ ਦੇ 3 ਰੂਪ ਹਨ। ਜਿਨ੍ਹਾਂ ਨੇ ਕੇਵਲ ਸਤਿਗੁਰੂ ਨੂੰ ਸਰਗੁਣ ਜਾਣਿਆ ਉਹ ਤਾਂ ਕਹਿਣਗੇ ਜੀ ਫਿਰ 1539 ਤੋਂ ਬਾਅਦ ਸਾਨੂੰ ਗੁਰੂ ਨਾਨਕ ਦੀ ਕਿਰਪਾ ਨਹੀਂ ਮਿਲੇਗੀ, ਕਿਉਂਕਿ ਉਹਨਾਂ ਦਾ ਸਰਗੁਣ ਰੂਪ ਅਗਲੇ ਰੂਪ 'ਚ ਪਲਟ ਗਿਆ ਸੀ। ਫਿਰ ਭੱਟ ਕਲ ਜੀ ਨੇ ਕਿੱਡੀ ਵੱਡੀ ਬਾਤ ਕਹੀ ਹੈ, ਜ਼ਿਕਰ ਕਰਦੇ ਹਨ, ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸ੍ਰਿਸ਼ਟ ਸਵਾਰਿਯ। ਕਿ ਪਹਿਲਾਂ ਜਦੋਂ ਗੁਰੂ ਨਾਨਕ ਸਰੂਪ ਨਿਰਗੁਣ ਰੂਪ ਸਨ, ਉਦੋਂ ਵੀ ਜਿਨ੍ਹਾਂ ਨੇ ਉਹਦੀ ਧਿਆਨ ਦੀ ਉੱਚਤਾ ਵਿੱਚ ਜੁੜੇ ਉਹਨਾਂ ਨੂੰ ਵੀ ਗੁਰੂ ਨਾਨਕ ਨੇ ਨਵਾਜ਼ਿਸ਼ ਕੀਤੀ। ਜਦੋਂ ਕਲਯੁੱਗ ਦੇ ਅੰਧਕਾਰ ਵਿੱਚ ਜਨਤਾ ਅੰਨੀ ਹੋ ਗਈ, ਉਹਨੂੰ ਪਰਮੇਸ਼ਰ ਦਾ ਰੂਪ ਕਿਤੇ ਨਜ਼ਰ ਹੀ ਨਹੀਂ ਆਉਂਦਾ ਸੀ, ਉਦੋਂ ਗੁਰੂ ਨਾਨਕ ਨੇ ਖੁਦ ਕਲਾ ਸਰੂਪ ਧਾਰ ਕਰਕੇ ਪ੍ਰਗਟੇ। ਅਤੇ ਜਦੋਂ ਗੁਰੂ ਨਾਨਕ ਸਰੂਪ ਫਿਰ ਆਪਣੇ ਨਿਰਗੁਣ ਵਿੱਚ ਅਭੇਦ ਹੋ ਗਏ ਅਤੇ ਉਹਨਾਂ ਨੇ ਆਪਣੇ ਨਿਰਗੁਣ ਨੂੰ ਸ਼ਬਦ ਦੇ ਰੂਪ ਵਿੱਚ ਪ੍ਰਕਾਸ਼ਿਤ ਕਰ ਦਿੱਤਾ, ਜਿਹਦੇ ਸਦਕਾ ਸਭ ਸ੍ਰਿਸ਼ਟ ਸਵਾਰੀ, ਸਾਰੀ ਸ੍ਰਿਸ਼ਟੀ ਸਵਾਰੀ ਗਈ। ਅੱਗੇ ਜ਼ਿਕਰ ਕਰਦੇ ਹਨ, ਬ੍ਰਹਮੰਡ ਖੰਡ ਪੂਰਨ ਬ੍ਰਹਮ। ਹੁਣ ਜਿਹੜਾ ਅਸੀਂ ਕਈ ਦਫਾ ਨਾ ਸਾਡੇ ਸਿੱਖ ਪੰਥ ਦੇ ਵਿੱਚ ਪਿਛਲੇ 200 ਸਾਲਾਂ ਤੋਂ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਬਿੰਬ ਬੜਾ ਛੋਟਾ ਕਰ ਦਿੱਤਾ। ਜਦੋਂ ਵੀ ਕੋਈ ਸਾਖੀ ਰੂਪ ਦਾ ਪ੍ਰਮਾਣ ਕਰੀਏ, ਜੀ ਨਹੀਂ ਗੁਰੂ ਨਾਨਕ ਤਾਂ ਆਹ ਨਹੀਂ ਕਰ ਸਕਦੇ। ਹੈਰਾਨਗੀ ਦੀ ਗੱਲ, ਕਈ ਵਾਰੀ ਮੈਂ ਵੈਸੇ ਇਤਿਹਾਸ ਦੀ ਸੀਮਾ ਦੇ ਨਾਲ ਬੜੀ ਖਾਰ ਖਾਣ ਵਾਲਾ ਬੰਦਾ, ਇਤਿਹਾਸ ਨੇ ਗੁਰੂ ਨਾਨਕ ਦੇ ਕਦਮ ਵੀ ਮਿਣ ਲਏ ਨੇ। ਆਖਦੇ ਨੇ ਕਿ ਕਈ ਦਫਾ ਕਿਸੇ ਪੁਸਤਕ 'ਚ ਮੈਂ ਕਿਸੇ ਵੱਡੇ ਪ੍ਰਵੀਨ ਕਥਾਵਾਚਕ ਨੂੰ ਸੁਣ ਰਿਹਾ ਸਾਂ, ਦੇਖੋ ਜੀ ਕੋਈ ਪੈਗੰਬਰ ਨਹੀਂ ਇੰਨਾ ਤੁਰਿਆ, ਗੁਰੂ ਨਾਨਕ ਸਾਹਿਬ ਇੰਨਾ ਤੁਰੇ। ਇਹ ਕੀ ਗੱਲ ਹੋਈ ਪਈ? ਜੇ ਹੁਣ ਇਸ ਗੱਲ 'ਤੇ ਆ ਜਾਈਏ ਤਾਂ ਸ੍ਰਿਸ਼ਟੀ ਦੇ ਬੜੇ ਹਿੱਸੇ ਹਨ ਜਿੱਥੇ ਗੁਰੂ ਨਾਨਕ ਸਾਹਿਬ ਨਹੀਂ ਵੀ ਗਏ, ਜਿਵੇਂ ਯੂਰਪ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਪੂਰਾ ਨਹੀਂ ਗਏ। ਇਹਦਾ ਭਾਵ ਕੀ ਹੋਇਆ? ਉਹ ਫਿਰ ਕਦਮ ਵੀ ਮਿਲਣ ਲੱਗ ਪਏ ਹਨ ਕਿ ਮਤਲਬ ਜਦੋਂ ਗੁਰੂ ਨਾਨਕ ਨੂੰ ਇਤਿਹਾਸ ਦਾ ਪਾਤਰ ਬਣਾ ਦਈਏ, ਫਿਰ ਗੁਰੂ ਦੀ ਜਿਹੜੀ ਸੀਮਾ ਤੁਸੀਂ ਪਾਰਾਵਾਰ ਉਹਦਾ ਲੱਭ ਲਿਆ, ਫਿਰ ਉਹਦੀ ਕਲਪਨਾ ਕਰ ਲਈ, ਫਿਰ ਉਹਦਾ ਕੋਈ ਆਦਿ ਸਰੂਪ ਨਹੀਂ, ਕੋਈ ਜੁਗਾਦ ਸਰੂਪ ਨਹੀਂ, ਕੋਈ ਉਹਦਾ ਸਦੀਵ ਸੱਚ ਸਰੂਪ ਨਹੀਂ। ਪਰ ਭੱਟ ਕਲ ਜੀ ਆਖਦੇ ਹਨ, ਬ੍ਰਹਮੰਡ ਖੰਡ ਪੂਰਨ ਬ੍ਰਹਮ, ਕਿ ਸਾਰੇ ਬ੍ਰਹਿਮੰਡ ਦੇ ਵਿੱਚ ਰਮਿਆ। ਹੁਣ ਜਦੋਂ ਜੋਗੀਆਂ ਨੇ ਧਿਆਨ ਧਰਿਆ ਅਤੇ ਭੱਟ ਕਲ ਜੀ ਆਖਦੇ ਹਨ ਕਿ ਸਿਖਰ ਦੇ ਧਿਆਨ ਵਿੱਚ ਜਿਸ ਪਰਮੇਸ਼ਰ ਦੇ ਰੂਪ ਨੂੰ ਪ੍ਰਗਟਿਤ ਦੇਖਿਆ, ਉਹ ਗੁਰੂ ਨਾਨਕ ਸਾਹਿਬ ਜੀ। ਉਹ ਗੁਰੂ ਨਾਨਕ ਸਾਹਿਬ ਹੈ ਅਤੇ ਫਿਰ ਉਹ 1469 ਦੀ ਲਿਮਟ 'ਚ ਕਿਵੇਂ ਆ ਸਕਦਾ ਹੈ? ਇਸ ਕਰਕੇ ਭਾਈ ਵੀਰ ਸਿੰਘ ਜੀ ਦੇ ਰਚੇ ਹੋਏ ਗੁਰੂ ਨਾਨਕ ਚਮਤਕਾਰ ਪੜ੍ਹੋ, ਉਹਨਾਂ ਕੋਈ ਡੇਟ ਨਹੀਂ ਦਿੱਤੀ ਹੋਈ।
ਕਿਉਂ ਨਹੀਂ ਦਿੱਤੀ? ਕਿਉਂਕਿ ਗੁਰੂ ਸਰੂਪ ਜਿਹੜੀ ਆ ਸਮੇਂ ਦੀ ਕਲਪਨਾ 'ਚ ਆ ਹੀ ਨਹੀਂ ਸਕਦੀ। ਪਟਕਲ ਜੀ ਆਖਦੇ ਨੇ ਬ੍ਰਹਿਮੰਡ ਖੰਡ, ਕਿ ਜੇ ਪਹਿਲਾਂ ਉਹ ਸਾਰੇ ਬ੍ਰਹਿਮੰਡ 'ਚ ਵਿਆਪਤ ਹੈ, ਖੰਡ ਦਾ ਭਾਵ ਜੇ ਮਾਤ ਲੋਕ 'ਤੇ ਵਿਆਪਤ ਹਨ। ਕਹਿੰਦੇ ਪੂਰਨ ਬ੍ਰਹਮੋ ਸਭ ਜਗ੍ਹਾ ਪੂਰਨ ਹਨ, ਗੁਣ ਨਿਰਗੁਣ ਸਮ ਜਾਣਿਓ। ਬੜੀ ਮਨੁੱਖਤਾ ਨੇ ਉਹਨਾਂ ਨੂੰ ਨਿਰਗੁਣ ਰੂਪ ਕਰਕੇ ਜਾਣਿਆ, ਪਰ ਉਹ ਦੋਵਾਂ ਰੂਪਾਂ ਵਿੱਚ ਸਮ ਹਨ। ਜਪ ਕਲ ਸੁਜਸ ਨਾਨਕ ਗੁਰ ਸਹਿਜ ਜੋਗ ਜਿਨ ਮਾਣਿਓ। ਅਤੇ ਪਟਕਲ ਜੀ ਆਖਦੇ ਹਨ, ਮੈਂ ਗੁਰੂ ਨਾਨਕ ਸਾਹਿਬ ਦੇਵ ਸਾਹਿਬ ਜੀ ਦੇ ਐਸੇ ਸ਼੍ਰੇਸ਼ਟ ਜਸ ਦਾ ਜਪ ਕਰਦਾ ਆਰਾਧਦਾ ਹਾਂ। ਸਹਿਜ ਜੋਗ ਜਿਨ ਮਾਣਿਓ, ਜਿਹੜੇ ਨਿਰਗੁਣ ਵਿੱਚ ਵੀ ਸੰਪੂਰਨ ਹਨ, ਸਰਗੁਣ ਦੇ ਵਿੱਚ ਵੀ ਸੰਪੂਰਨ ਹਨ, ਅਤੇ ਦੋਵਾਂ ਸਰੂਪਾਂ ਦੇ ਵਿੱਚ ਆਪਣਾ ਪਰਮ ਪ੍ਰਕਾਸ਼ ਕਰਦੇ ਹਨ। ਗੁਣ ਗਾਵੇ ਨਵਨਾਥ ਧੰਨ ਗੁਰ ਸਾਚ ਸਮਾਇਓ। ਤਾਂ ਪਟਕਲ ਜੀ ਉਚਾਰਨ ਕਰਦੇ ਹਨ ਅੰਤਮ ਸਵਈਏ ਦੇ ਵਿੱਚ। 10 ਸਵਈਆਂ ਦੇ ਵਿੱਚ ਪਟਕਲ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਉਸਤਤ ਕੀਤੀ ਹੈ। ਕਹਿੰਦੇ ਗੁਣ ਗਾਵੇ ਨਵਨਾਥ, ਜਿਹੜੇ 9 ਨਾਥ ਮੰਨੇ ਜਾਂਦੇ ਹਨ ਪ੍ਰਮੁੱਖ। ਕਹਿੰਦੇ ਉਹਨਾਂ ਨੇ ਪਰਮੇਸ਼ਰ ਦੇ ਜਿਸ ਪਰਮ ਰੂਪ ਦਾ ਪ੍ਰਗਟਾਵਾ ਕੀਤਾ, ਉਹ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਧੰਨ ਕਹਿ ਕੇ ਗਾਉਂਦੇ ਹਨ। ਹੁਣ ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਦੋਂ ਮੰਗਲਨਾਥ ਵਰਗੇ ਸਿੱਧਾਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦਾ ਸੰਵਾਦ ਹੋਇਆ, ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਹਨਾਂ ਨੂੰ ਉਹਦੇ ਪਰਮ ਸਰੂਪ ਦਾ ਗਿਆਨ ਕਰਵਾਇਆ ਕਿ ਤੁਸੀਂ ਅੱਜ ਦੇ ਨਹੀਂ, ਬੜੇ ਚਿਰ ਦੇ ਚੱਲੇ ਆ ਰਹੇ ਹੋ, ਹੁਣ ਤੁਹਾਨੂੰ ਨਵਾਜ਼ਿਸ਼ ਮਿਲ ਰਹੀ ਹੈ। ਤਾਂ ਕਹਿੰਦੇ ਉਹਨਾਂ ਨੇ ਧੰਨ ਕਿਹਾ, ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਤਾਂ ਪਟਕਲ ਜੀ ਆਖਦੇ ਹਨ ਕਿ 9 ਨਾਥ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਧੰਨ ਕਰਕੇ ਗਾਉਂਦੇ ਹਨ। ਸਾਚ ਸਮਾਇਓ, ਕਿ ਗੁਰੂ ਨਾਨਕ ਸੱਚ ਰੂਪ ਹੋ ਕੇ ਇਸ ਕਾਇਨਾਤ ਵਿੱਚ ਸਮਾਏ ਹਨ। ਮਾਂ ਦਹੰਤਾ ਗੁਣ ਰਵੈ ਜੇਨ ਚੱਕਰਵੈ ਕਹਾਇਓ। ਅਤੇ ਮਾਨ ਦਾਤਾ ਵਰਗੇ ਚੱਕਰਵਰਤੀ ਰਾਜੇ ਜਿਨ੍ਹਾਂ ਨੇ ਬੜਾ ਵੱਡਾ ਰਾਜ ਦਾ ਵਿਥਾਰ ਕੀਤਾ, ਕਹਿੰਦੇ ਉਹਨਾਂ ਦਾ ਬਲ ਵੀ ਗੁਰੂ ਨਾਨਕ ਸਰੂਪ ਨੂੰ ਹੀ ਗਾਉਂਦਾ ਹੈ। ਗੁਣ ਗਾਵੈ ਬਲ ਰਾਓ ਸਪਤ ਪਾਤਾਲ ਬਸੰਤੋ। ਅਤੇ ਕਹਿੰਦੇ ਜਿਹੜਾ ਬਲ ਰਾਜਾ ਸਤਯੁਗ ਦੇ ਵਿੱਚ ਚਲਿਆ ਗਿਆ ਸੀ, ਉਹਨੂੰ ਪਤਾਲ ਵਿੱਚ ਰਹਿਣਾ ਪਿਆ ਹੈ। ਉਹ ਪਤਾਲ ਵਿੱਚ ਰਹਿੰਦਿਆਂ ਹੋਇਆਂ ਸਾਹ ਪਤ ਸਹਿਤ ਇੱਜ਼ਤ ਦੇ ਪਰਮੇਸ਼ ਗੁਰੂ ਨਾਨਕ ਸਰੂਪ ਦੇ ਗੁਣਾਂ ਦਾ ਗਾਇਨ ਕਰਦਾ ਹੈ। ਭਰਥਰ ਗੁਣ ਉਚਰੈ ਸਦਾ ਗੁਰ ਸੰਗ ਰਹੰਤੋ। ਅਤੇ ਭਰਤ ਹਰੀ ਜੋਗੀ ਜਿਹੜਾ ਰਾਜ ਸਿੰਘਾਸਣ 'ਤੇ ਆ ਕੇ ਜਿਹੜਾ ਸੀ ਜੋਗੀ ਹੋ ਗਿਆ ਸੀ, ਜਿਹਦਾ ਕਹਿੰਦੇ ਗੁਰੂ ਨਾਨਕ ਸਾਹਿਬ ਉਹਨੂੰ ਵੀ ਮਿਲੇ ਸਨ। ਹੁਣ ਸਾਡੀ ਜਿਹੜਾ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਹੈ, ਉਹ ਇਸ ਨੁਕਤੇ ਤੋਂ ਬੜਾ ਹੀ ਅਮੋਲਕ ਗ੍ਰੰਥ ਹੈ। ਉਹਨੇ ਗੁਰੂ ਨਾਨਕ ਦੇ ਦੇਹ ਤੋਂ ਬਿਯੋਂਡ ਵਾਲੇ ਸਫ਼ਰ ਵੀ ਸਾਨੂੰ ਦੱਸੇ ਨੇ। ਇਤਿਹਾਸ ਕਹਿੰਦਾ ਹੈ ਕਿ ਗੁਰੂ ਨਾਨਕ ਸਾਹਿਬ ਤਾਂ ਭਗਤ ਕਬੀਰ ਸਾਹਿਬ ਜੀ ਨੂੰ ਨਹੀਂ ਮਿਲੇ, ਪਰ ਜਿਹੜਾ ਗੁਰੂ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਹੈ, ਉਹਨੇ ਗੁਰੂ ਦੇ ਬਿਯੋਂਡ ਮਤਲਬ ਦੇਹ ਤੋਂ ਪਰਾਂ ਵੀ, ਜਿਵੇਂ ਹੁਣ ਕੁਦਰਤੀ ਹੈ, ਰਾਤ ਸਮੇਂ ਅਸੀਂ ਸੁੱਤੇ ਹੁੰਦੇ ਹਾਂ ਨਾ, ਕਲਪਨਾ ਕਰਕੇ ਕੋਈ ਅਮਰੀਕਾ ਘੁੰਮ ਰਿਹਾ, ਕੋਈ ਕੈਨੇਡਾ ਘੁੰਮ ਰਿਹਾ, ਪਰ ਉਸ ਗੱਲ ਦਾ ਸਾਨੂੰ ਹੀ ਪਤਾ ਕਿ ਅਸੀਂ ਰਾਤ ਸੁਪਨੇ 'ਚ ਕਿੱਥੇ ਕਿੱਥੇ ਘੁੰਮ ਕੇ ਆਏ ਹਾਂ। ਪਰ ਜਿਹੜਾ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਹੈ, ਉਹਨੇ ਗੁਰੂ ਦੇ ਜਿਹੜਾ ਦੇਹ ਤੋਂ ਪਾਰਲਾ ਸਰੂਪ ਹੈ, ਉਹ ਕਿਵੇਂ ਖੰਡਾਂ ਬ੍ਰਹਿਮੰਡਾਂ 'ਚ ਹਰ ਵੇਲੇ ਭਰਮਦਾ ਹੈ, ਨਵਾਜ਼ਿਸ਼ ਕਰਦਾ ਹੈ, ਉਹਦਾ ਵੀ ਜ਼ਿਕਰ ਕੀਤਾ ਕਿ ਗੁਰੂ ਨਾਨਕ ਧਰੂਪ ਭਗਤ ਨੂੰ ਮਿਲੇ ਹਨ, ਗੁਰੂ ਨਾਨਕ ਜਿਹੜੇ ਭਰਥਰ ਜੋਗੀ ਨੂੰ ਮਿਲੇ ਹਨ। ਇਸ ਕਰਕੇ ਆਖਦੇ ਹਨ ਕਿ ਭਰਥਰੀ ਜੋਗੀ ਵੀ ਗੁਰੂ ਸਾਹਿਬ ਜੀ ਤੁਹਾਡੇ ਨਾਲ ਰਹਿ ਕੇ ਸਦਾ ਤੁਹਾਡੇ ਗੁਣ ਉਚਾਰਨ ਕਰਦਾ। ਦੂਰਬਾ ਪੁਰੂਰੋ ਅੰਗਰੈ, ਦੂਰਬਾ ਦਾ ਭਾਵ ਦੁਰਭਾਸ਼ਾ ਰਿਖੀ, ਜਿਹੜਾ ਅਮਰੀਕ ਰਾਜੇ ਦੀ ਸ਼ਰਨ ਪੈ ਕੇ ਜਿਹਦਾ ਅਹੰਕਾਰ ਨਿਵਰਤ ਹੋਇਆ ਸੀ। ਪੁਰੂਰੋ ਦਾ ਭਾਵ ਇੱਕ ਰਿਸ਼ੀ ਜਿਹੜਾ ਅੱਗੇ ਉਹਦਾ ਜ਼ਿਕਰ ਕੀਤਾ ਜਾਂਦਾ। ਅੰਗਰੇ ਦਾ ਭਾਵ ਛਿਆਂ ਦੇ ਵਿੱਚੋਂ ਉਹ ਰਿਸ਼ੀ ਜਿਨ੍ਹਾਂ ਨੂੰ ਚਿੱਤ ਦੇ ਵਿੱਚ ਪਹਿਲਾਂ ਜਿਹੜਾ ਬ੍ਰਹਮ ਗਿਆਨ ਪ੍ਰਗਟਤ ਹੋਇਆ ਸੀ। ਕਹਿੰਦੇ ਗੁਰ ਨਾਨਕ ਜਸ ਗਾਇਓ, ਉਹਨਾਂ ਵੀ ਗੁਰੂ ਨਾਨਕ ਸਰੂਪ ਦੇ ਜਸ ਦਾ ਗਾਇਨ ਕੀਤਾ। ਕਬ ਕਲ ਸੁਜਸ ਨਾਨਕ ਗੁਰ ਘਟ ਘਟ ਸਹਿਜ ਸਮਾਇਓ। ਅਤੇ ਪਟਕਲ ਜੀ ਆਖਦੇ ਨੇ, ਹੇ ਸਤਿਗੁਰੂ ਗੁਰੂ ਨਾਨਕ ਸਰੂਪ, ਮੈਂ ਤੁਹਾਡੇ ਸ਼੍ਰੇਸ਼ਟ ਜਸ ਦਾ ਜ਼ਿਕਰ ਕਰਦਾ ਹਾਂ, ਅਤੇ ਤੁਹਾਡਾ ਪਰਮ ਸਰੂਪ ਕੀ ਹੈ? ਘਟ ਘਟ ਸਹਿਜ ਸਮਾਇਓ, ਕਿ ਸਾਰੀ ਕਾਇਨਾਤ ਦੇ ਵਿੱਚ ਹਰ ਜਰਰੇ ਦੇ ਵਿੱਚ ਆਪਣੇ ਪਰਮ ਨੂਰ ਕਰਕੇ ਸਮਾਏ ਹੋ। ਅਤੇ ਉਸ ਨੂਰ ਨੂੰ ਹੀ ਮੈਂ ਆਪ ਜੀ ਦੇ ਪ੍ਰਤੱਖ ਪ੍ਰਮਾਣ ਦੁਆਰਾ ਜਾਣ ਕੇ ਉਚਾਰਨ ਕੀਤਾ ਹੈ। ਇਸ ਪ੍ਰਕਾਰ ਪਟਕਲ ਜੀ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਅਗੰਮ ਸਰੂਪ ਦੀ ਸਿਫਤ ਵਿੱਚ 10 ਸਵਈਆਂ ਦਾ ਉਚਾਰਨ ਕੀਤਾ ਹੈ। ਆਰੰਭ ਦੇ ਵਿੱਚ ਜ਼ਿਕਰ ਸੀ ਇੱਕ ਮਨ ਪੁਰਖ ਧਿਆਏ ਬਰ ਦਾਤਾ, ਕਿ ਜਿਹੜਾ ਮਨ ਇਤਿਹਾਸ ਦੀ ਸਾਈਕੀ ਦੇ ਨਾਲ ਪਹਿਲਾਂ ਹੀ ਖੰਡਿਤ ਹੋਇਆ ਹੈ, ਉਹ ਗੁਰੂ ਨਾਨਕ ਦੇ ਪਰਮ ਸਰੂਪ ਨੂੰ ਨਹੀਂ ਬੁੱਝ ਸਕਦਾ। ਕਦੇ ਭਾਈ ਵੀਰ ਸਿੰਘ ਦੇ ਚਮਤਕਾਰ ਪੜ੍ਹਨਾ,
ਉਹਨਾਂ ਨੇ ਪਹਿਲਾਂ ਇੱਕ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਇੱਕ ਵਿਸਥਾਰ ਲਿਖਿਆ ਉੱਚੇ ਖੰਡਾਂ ਦੇ ਕੌਤਕ, ਕਿ ਜਦੋਂ ਗੁਰੂ ਨਾਨਕ ਸਰੂਪ ਜੀ ਨੇ ਧਰਤੀ 'ਤੇ ਪ੍ਰਗਟ ਹੋਣਾ ਹੈ, ਮਹਿਤਾ ਕਾਲੂ ਜੀ, ਮਾਤਾ ਤ੍ਰਿਪਤਾ ਜੀ, ਇਹਨਾਂ ਦੇ ਜੀਵਨ ਦੀ ਦਸ਼ਾ ਕਿਵੇਂ ਵੱਡੀ ਹੁੰਦੀ ਹੈ ਉਹਦਾ ਸਾਰਾ ਜ਼ਿਕਰ ਕੀਤਾ ਹੋਇਆ ਉਹਨਾਂ ਨੇ। ਹੁਣ ਕੱਲ ਆ ਮਨੁੱਖ ਦੀ ਗੱਲ ਕਰ ਲਓ, ਗੁਰੂ ਨਾਨਕ ਸਰੂਪ ਦੀ ਗੱਲ ਤਾਂ ਬਹੁਤ ਆਗਮ ਨਿਗਮ ਹੈ। ਮਨੁੱਖ ਦੀ ਸੁਰਤ ਦੇ ਵਿੱਚ ਜਿਹੜੀ ਅਗਲੀ ਕ੍ਰੀਏਸ਼ਨ ਹੋਣੀ ਹੁੰਦੀ ਉਹਦਾ ਵੀ ਨਕਸ਼ ਬਣਨਾ ਸ਼ੁਰੂ ਹੋ ਜਾਂਦਾ, ਉਹਦੇ ਪ੍ਰਭਾਵ 50 ਗੱਲਾਂ ਬਣਨ ਲੱਗ ਪੈਂਦੀਆਂ ਨੇ। ਅਤੇ ਜਦੋਂ ਗੁਰੂ ਨਾਨਕ ਜਿਹੜਾ ਅਕਾਲ ਪੁਰਖ ਸਰੂਪ ਹੈ, ਨਿਰਾਕਾਰ ਨੇ ਆਕਾਰ 'ਚ ਆਉਣਾ, ਨਿਰਗੁਣ ਨੇ ਸਰਗੁਣ 'ਚ ਪ੍ਰਗਟਣਾ ਹੈ, ਅਤੇ ਫਿਰ ਧਰਤੀ 'ਤੇ ਉਹਦਾ ਕਿੱਡਾ ਵੱਡਾ ਜਿਹੜਾ ਜਲੌ ਪ੍ਰਗਟੇਗਾ। ਇਸ ਸਾਰੇ ਜਲੌ ਨੂੰ ਭੱਟ ਜੀ ਨੇ ਵੱਖੋ ਵੱਖ ਨੁਕਤਿਆਂ ਦੇ ਨਾਲ ਰੂਪਮਾਨ ਕਰਕੇ ਉਚਾਰਨ ਕੀਤਾ ਕਿ ਗੁਰੂ ਸਾਹਿਬ ਦੀ ਹਰੇਕ ਯੁੱਗ ਦੇ ਵਿੱਚ ਤੁਹਾਡੀ ਜੋਤ ਵਿਆਪਕ ਹੈ। ਭਗਤੀ ਦੀ ਜਿੰਨੀ ਸਾਧਨਾ ਹੋ ਰਹੀ ਹੈ, ਗਿਆਨ ਦੀ ਜਿੰਨੀ ਵਿਚਾਰ ਹੋ ਰਹੀ ਹੈ, ਧਿਆਨ ਦੀ ਜਿੰਨੀ ਸਾਧਨਾ ਕੀਤੀ ਜਾ ਰਹੀ ਹੈ, ਇਸ ਸਾਰੇ ਰੂਪਾਂ ਦੇ ਵਿੱਚ ਤੁਹਾਡੀ ਹੀ ਜੋਤ ਵਿਦਮਾਨ ਹੈ, ਅਤੇ ਸਾਰਾ ਸੰਸਾਰ ਤੁਹਾਡੇ ਘਟ ਘਟ ਸਰੂਪ ਨੂੰ ਆਰਾਧ ਕੇ ਕਿਰਪਾ ਦਾ ਪਾਤਰ ਬਣ ਕੇ ਤੁਹਾਡੇ ਵਿੱਚ ਹੀ ਸਮਾ ਰਿਹਾ ਹੈ। ਇਸ ਤਰ੍ਹਾਂ ਭੱਟ ਸਾਹਿਬਾਨਾਂ ਨੇ ਗੁਰੂ ਕੇ ਅਗਮ ਸਰੂਪ ਦੀ ਕਥਾ ਸ਼ਰਵਣ ਕਰਕੇ, ਉਸਤਤ ਕਰਕੇ ਗੁਰੂ ਨਾਨਕ ਦੀ ਕਿਰਪਾ ਨੂੰ ਮਾਣਿਆ ਹੈ। ਇਨ ਸਵਈਆਂ ਦੇ ਨਾਲ ਹੀ ਸਵਈਏ ਮਹੱਲੇ ਪਹਿਲੇ ਕੀ ਬਾਣੀ ਦੀ ਜਿਹੜੀ ਵਿਆਖਿਆ ਹੈ, ਗੁਰੂ ਕਿਰਪਾ ਸਦਕਾ ਆਪਣੀ ਤਰਫੋਂ ਸੰਪੂਰਨ ਹੋਣ ਦਾ ਯਤਨ ਹੈ। ਸਤਿਗੁਰੂ ਕਿਰਪਾ ਕਰਨ, ਸਾਰਿਆਂ ਦੇ ਹਿਰਦਿਆਂ ਵਿੱਚ ਗੁਰੂ ਦੇ ਅਗੰਮ ਅਗੋਚਰ ਪਰਮ ਸਰੂਪ ਦੀ ਮੂਰਤ ਦਾ ਵਾਸ ਹੋ ਜਾਵੇ। ਸਾਰੇ ਗੁਰੂ ਨਾਨਕ ਅਕਾਲ ਪੁਰਖ ਸਰੂਪ ਨੂੰ ਬਾਣੀ ਦੁਆਰਾ ਆਰਾਧ ਕੇ, ਸ਼ਬਦ ਦੁਆਰਾ ਜਾਣ ਕੇ, ਭਗਤੀ ਦੁਆਰਾ, ਜਪ ਦੁਆਰਾ ਉਸ ਵਿੱਚ ਅਭੇਦ ਹੋਣ ਦਾ ਯਤਨ ਕਰੀਏ, ਤਾਂ ਹੀ ਸਾਡੇ ਸਾਰਿਆਂ ਦੇ ਜੀਵਨ ਦੀ ਸਫਲਤਾ ਹੈ। ਪਾਵਨ ਲੜੀਵਾਰ ਵਿਆਖਿਆ ਦਾ ਯਤਨ ਆਪ ਦੇ ਸਨਮੁਖ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਆਓ ਅੰਤਮ ਪੰਕਤੀਆਂ ਦਾ ਪਾਠ ਕਰਕੇ ਸਮਾਪਤੀ ਵੱਲ ਵਧੀਏ ਜੀ। ਦੂਰ ਬਾਪੁਰੂ ਰਉ ਅੰਗਰੈ, ਗੁਰ ਨਾਨਕ ਜਸ ਗਾਇਓ, ਕਬ ਕਲ ਸੁਜਸ ਨਾਨਕ ਗੁਰ, ਘਟ ਘਟ ਸਹਿਜ ਸਮਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ